ਹੈਲੋ एवरीवन ਐਂਡ ਵੈਲਕਮ ਬੈਕ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਸੈਟ ਥਰਡ ਜਿਹੜੀ ਆਪਣੀ ਔਨਗੋਇੰਗ ਸੀਰੀਜ਼ ਚੱਲ ਰਹੀ ਹੈ ਪੰਜਾਬ ਨਾਇਬ ਤਹਿਸੀਲਦਾਰ ਵਾਸਤੇ। ਹਾਲਾਂਕਿ 2 ਦਿਨ ਦਾ ਗੈਪ ਪੈ ਗਿਆ ਵਿੱਚ, ਜਸਟ ਮੈਨੂੰ ਥੋੜੀ ਜਿਹੀ ਬੈਕ ਪ੍ਰੋਬਲਮ ਸੀਗੀ ਤਾਂ ਮੈਂ ਬੈਠ ਨਹੀਂ ਪਾ ਰਿਹਾ ਸੀਗਾ ਚੰਗੀ ਤਰ੍ਹਾਂ। ਹੁਣ ਬੈਟਰ ਹੈ ਪਹਿਲਾਂ ਨਾਲੋਂ, ਤਾਂ ਆਪਾਂ ਹੁਣ ਕੰਟੀਨਿਊ ਕਰਦੇ ਹਾਂ ਆਪਣੀ ਸੀਰੀਜ਼ ਨੂੰ, ਜਿਹੜੀ ਆਪਣੀ ਹੈ ਮੋਸਟ ਐਕਸਪੈਕਟਡ ਹਾਈ ਲੈਵਲ MCQ, ਜਿਹੜਾ ਕਿ ਮੈਂ ਤੁਹਾਨੂੰ ਬਹੁਤ ਹੀ ਆਸਾਨ ਲੈਂਗੁਏਜ ਦੇ ਵਿੱਚ ਪੜ੍ਹਾਉਣ ਵਾਲਾ ਅਤੇ ਸਮਝਾਉਣ ਵਾਲਾ। ਇਹ ਤੋਂ ਇਲਾਵਾ ਤੁਸੀਂ ਆਹ ਹੈਸ਼ਟੈਗ ਯੂਜ਼ ਕਰ ਸਕਦੇ ਹੋ, ਜਿੱਦਾਂ ਤੁਸੀਂ ਸਾਰੇ ਜਾਣਦੇ ਹੀ ਹੋ, ਸਟੱਡੀ ਵਿਦ ਸੁਨੀਲ ਜਿੰਦਲ। ਇਹ ਹੈਸ਼ਟੈਗ ਤੁਸੀਂ YouTube 'ਤੇ ਪਾ ਸਕਦੇ ਹੋ ਅਤੇ ਮੇਰੀ ਹੋਰ ਵੀਡੀਓਜ਼ ਵੀ ਦੇਖ ਸਕਦੇ ਹੋ। ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਹੈ, ਦੈਟ ਮੀਨਸ 21st ਕੁਐਸਚਨ ਹੈ। ਅੱਜ ਵੀ ਮੈਂ ਤੁਹਾਡੇ ਨਾਲ ਸਿਰਫ 10 ਕੁਐਸਚਨ ਹੀ ਡਿਸਕਸ ਕਰਾਂਗਾ। ਆਉਣ ਵਾਲੀ ਵੀਡੀਓਜ਼ ਦੇ ਵਿੱਚ ਮੈਂ 15 ਕਰਾਂਗਾ, ਫਿਰ 20 ਕਰਦਾ ਰਹਾਂਗਾ। ਇੱਦਾਂ ਦਾ ਕਰਕੇ ਆਪਣਾ ਸਿਲਸਿਲਾ ਵੱਧਦਾ ਜਾਊਗਾ। ਪਹਿਲਾ ਕੁਐਸਚਨ ਹੈ ਕਰੰਟ ਅਫੇਅਰ ਦਾ ਹੈ। ਉਹ ਪੁੱਛ ਰਿਹਾ ਹੈ, ਕੰਸੀਡਰ ਦਾ ਸਟੇਟਮੈਂਟ ਅਬਾਊਟ ਨੈਸ਼ਨਲ ਜੁਡੀਸ਼ੀਅਲ ਇਨਫਰਾਸਟਰਕਚਰ ਅਥਾਰਟੀ ਆਫ ਇੰਡੀਆ। ਇਹ ਵੀ ਜਿਹੜਾ ਹੈ ਆਪਣਾ ਕਰੰਟ ਅਫੇਅਰ ਦਾ ਕੁਐਸਚਨ ਹੈ। ਇਹਦੇ ਬਾਰੇ ਕੁਝ ਪੁਆਇੰਟਸ ਨੇ, ਆਪਾਂ ਦੇਖਦੇ ਹਾਂ ਕੀ ਕਰਕੇ। ਪਹਿਲੀ ਸਟੇਟਮੈਂਟ ਕਹਿ ਰਿਹਾ ਹੈ, ਟੂ ਟੇਕ ਕੰਟਰੋਲ ਆਫ ਦਾ ਬਜਟਿੰਗ ਐਂਡ ਇਨਫਰਾਸਟਰਕਚਰ ਡਿਵੈਲਪਮੈਂਟ ਆਫ ਸਬਆਰਡੀਨੇਟ ਕੋਰਟ ਇਨ ਦਾ ਕੰਟਰੀ। ਯਾਨੀ ਕਿ ਜਿਹੜੀ ਸਬਆਰਡੀਨੇਟ ਕੋਰਟਸ ਨੇ ਕੰਟਰੀ ਦੀ, ਯਾਨੀ ਕਿ ਜਿਵੇਂ ਮੈਂ ਗੱਲ ਕਰਾਂ ਡਿਸਟ੍ਰਿਕਟ ਕੋਰਟ ਦੀ ਜਾਂ ਜਿਵੇਂ ਇੱਕ ਤਹਿਸੀਲ ਦੀ ਕੋਰਟ ਹੋ ਗਈ, ਉਹਨਾਂ ਦੇ ਬਜਟਿੰਗ ਕਰਨਾ, ਇਨਫਰਾਸਟਰਕਚਰ ਡਿਵੈਲਪਮੈਂਟ ਬਾਰੇ ਗੱਲ ਕਰਨਾ। ਕਿਉਂਕਿ ਹਾਲੇ ਕੀ ਹੁੰਦਾ ਹੈਗਾ ਕਿ ਕੋਈ ਨਿਊ ਬਿਲਡਿੰਗ ਬਣਵਾਉਣੀ ਹੈ ਜੀ, PWD ਕੋਲ ਪਾਸ ਹੋਊਗੀ, ਫਿਰ ਉਹ ਬਿਲਡਿੰਗ ਬਣਨੀ ਸ਼ੁਰੂ ਹੋਊਗੀ ਵਗੈਰਾ ਵਗੈਰਾ। ਤਾਂ ਇਹ ਕਹਿ ਰਿਹਾ ਹੈ ਕਿ ਨੈਸ਼ਨਲ ਜੁਡੀਸ਼ੀਅਲ ਇਨਫਰਾਸਟਰਕਚਰ ਅਥਾਰਟੀ ਆਫ ਇੰਡੀਆ ਕਹਿ ਰਹੀ ਹੈ ਕਿ ਜਿਹੜੇ ਵੀ ਸਬਆਰਡੀਨੇਟ ਕੋਰਟ ਦੀ ਇਨਫਰਾਸਟਰਕਚਰ ਹੋਊਗਾ ਜਾਂ ਬਜਟ ਦੀ ਸਾਰੀ ਚੀਜ਼ਾਂ ਜਿਹੜੀ ਹੈ ਉਹ ਇਹ ਅਥਾਰਟੀ ਕਰੇਗੀ, ਨਾ ਕਿ ਕਿਸੇ ਹੋਰ ਅਥਾਰਟੀ ਤੋਂ ਕਰਵਾਇਆ ਜਾਏ। ਪਹਿਲੀ ਸਟੇਟਮੈਂਟ ਤਾਂ ਆਹ ਗੱਲ ਕਹਿ ਰਿਹਾ। ਸੈਕਿੰਡ ਸਟੇਟਮੈਂਟ ਕਹਿ ਰਿਹਾ, ਇਟ ਵੁੱਡ ਬੀ ਪਲੇਸਡ ਅੰਡਰ ਸੁਪਰੀਮ ਕੋਰਟ ਆਫ ਇੰਡੀਆ ਅਨਲਾਈਕ ਨਾਲਸਾ ਵਿਚ ਇਜ਼ ਅੰਡਰ ਮਿਨਿਸਟਰੀ ਆਫ ਲਾਅ ਐਂਡ ਜਸਟਿਸ। ਤੁਹਾਨੂੰ ਪਤਾ ਹੀ ਹੈ ਜਿਹੜਾ ਨਾਲਸਾ ਹੈ, ਨੈਸ਼ਨਲ ਲੀਗਲ ਸਰਵਿਸ ਅਥਾਰਟੀ। ਨਾਲਸਾ ਬੇਸਿਕਲੀ ਉਹਨਾਂ ਲੋਕਾਂ ਲਈ ਹੁੰਦਾ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਗਰੀਬ ਤਬਕਾ, ਜਿਹੜੇ ਆਪਣਾ ਕੇਸ ਲੜਨ ਲਈ ਮਤਲਬ ਵਕੀਲਾਂ ਨੂੰ ਫੀਸ ਨਹੀਂ ਦੇ ਪਾਉਂਦੇ ਹੈਗੇ, ਤਾਂ ਉਹ ਨਾਲਸਾ ਦੀ ਹੈਲਪ ਨਾਲ ਇੱਕ ਵਕੀਲ ਲੈ ਲੈਂਦੇ ਨੇ ਅਤੇ ਆਪਣਾ ਕੇਸ ਲੜਦੇ ਨੇ। ਅਤੇ ਜਿਹੜਾ ਨਾਲਸਾ ਹੁੰਦਾ ਹੈ, ਇਸੇ ਤਰ੍ਹਾਂ ਜਿਵੇਂ ਨਾਲਸਾ ਨੈਸ਼ਨਲ ਲਈ ਹੈ, ਡਿਸਟ੍ਰਿਕਟ ਲਈ ਵੀ ਨਾਲਸਾ ਹੁੰਦਾ ਹੈਗਾ। ਜਿਵੇਂ ਮਤਲਬ ਨੈਸ਼ਨਲ ਦੀ ਥਾਂ ਡੀ ਲੱਗ ਜੂਗਾ, ਡਿਸਟ੍ਰਿਕਟ ਹੋ ਜੂਗਾ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ। ਤਾਂ ਜਿਹੜਾ ਨਾਲਸਾ ਹੈ ਉਹ ਆਉਂਦਾ ਹੈਗਾ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਦੇ ਅੰਡਰ। ਲੇਕਿਨ ਜੋ ਕਹਿ ਰਹੇ ਨੇ, ਜੋ NJIAI ਹੈ ਉਹ ਨਾ ਸੁਪਰੀਮ ਕੋਰਟ ਦੇ ਅੰਡਰ ਆਏਗਾ, ਨਾ ਕਿ ਨਾਲਸਾ ਦੀ ਤਰ੍ਹਾਂ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਦੇ ਅੰਡਰ ਆਏਗਾ। ਤਾਂ ਦੋ ਸਟੇਟਮੈਂਟ ਨੇ ਅਤੇ ਦੋਨੋਂ ਹੀ ਸਟੇਟਮੈਂਟ ਬਿਲਕੁਲ ਕਰੈਕਟ ਨੇ। ਤਾਂ ਆਪਣਾ ਆਨਸਰ ਕੀ ਹੋ ਜਾਊਗਾ, ਬੋਥ 1 and 2। ਜੇਕਰ ਤੁਸੀਂ ਐਗਜ਼ਾਮ ਦੇ ਵਿੱਚ ਇੱਦਾਂ ਕਰੋਗੇ ਤਾਂ ਤੁਸੀਂ ਡੈਫੀਨੇਟਲੀ ਗਲਤ ਕਰਕੇ ਆਓਗੇ। ਕਿਉਂ ਗਲਤ ਕਰਕੇ ਆਓਗੇ? ਕਿਉਂਕਿ ਪੁੱਛਿਆ ਹੀ ਹੋਇਆ ਇਨਕਰੈਕਟ ਕਿਹੜਾ ਆਏਗਾ, ਯਾਨੀ ਕਿ ਗਲਤ ਕਿਹੜਾ ਹੈ। ਤਾਂ ਦੋਨੋਂ ਸਟੇਟਮੈਂਟ ਸਹੀ ਨੇ, ਤਾਂ ਗਲਤ ਕਿਹੜੀ ਹੋਊਗੀ? ਆਪਸ਼ਨ ਨੰਬਰ ਡੀ। ਨਾ ਤਾਂ ਪਹਿਲੀ ਗਲਤ ਹੈ ਨਾ ਦੂਜੀ ਗਲਤ ਹੈ, ਆਨਸਰ ਹੋ ਜਾਊਗਾ ਆਪਸ਼ਨ ਨੰਬਰ ਡੀ। ਮੈਂ ਤਾਂ ਹੀ ਬਾਰ-ਬਾਰ ਕਹਿਣਾ ਉਹਨਾਂ, ਦੇਖ ਲਿਆ ਕਰੋ ਕਰੈਕਟ ਪੁੱਛਿਆ ਹੈ ਜਾਂ ਇਨਕਰੈਕਟ ਪੁੱਛਿਆ ਹੈ। ਜੇ ਇਨਕਰੈਕਟ ਪੁੱਛਿਆ ਹੋਊਗਾ ਤਾਂ ਆਪਾਂ ਕਰੈਕਟ ਦੀ ਵੇ ਨਾਲ ਕੁਐਸਚਨ ਨੂੰ ਸੋਲਵ ਕਰਾਂਗੇ ਤਾਂ ਡੈਫੀਨੇਟਲੀ ਕੁਐਸਚਨ ਦਾ ਨੰਬਰ ਆਪਣੇ ਜਿਹੜੇ ਆਉਣੇ ਸੀਗੇ ਉਹ ਵੀ ਗਵਾ ਕੇ ਆਵਾਂਗੇ, ਜਿਹੜੇ ਲਏ ਨੇ, ਜਿਹੜੇ ਮਾਈਨਸ ਹੋਣਗੇ ਉਹ ਵੀ। ਤਾਂ ਇਸ ਚੀਜ਼ ਦਾ ਧਿਆਨ ਰੱਖਿਓ। ਹੁਣ ਮੈਂ ਕੁਛ ਐਡੀਸ਼ਨਲ ਪੁਆਇੰਟ ਦੱਸਦਾ ਤੁਹਾਨੂੰ। ਜਦੋਂ ਵੀ ਅਥਾਰਟੀ ਬਣੇਗੀ, ਇਹਦਾ ਜਿਹੜਾ ਚੇਅਰਮੈਨ ਹੋਊਗਾ ਉਹ ਚੀਫ ਜਸਟਿਸ ਆਫ ਇੰਡੀਆ ਹੋਊਗਾ, ਯਾਨੀ ਕਿ ਜੋ ਚੀਫ ਜਸਟਿਸ ਇੰਡੀਆ ਦਾ ਰਹੂਗਾ ਉਹ ਇਹਦਾ ਚੇਅਰਮੈਨ ਰਹੂਗਾ। ਅਤੇ ਫਿਲਹਾਲ ਇਹ ਨਿਊਜ਼ ਦੇ ਵਿੱਚ ਕਿਉਂ ਆਇਆ? ਕਿਉਂਕਿ ਚੀਫ ਜਸਟਿਸ ਆਫ ਇੰਡੀਆ ਨੇ ਇਹਦੇ ਪ੍ਰਪੋਜ਼ਲ ਰੱਖਿਆ ਹੈਗਾ ਕਿ ਆਪਾਂ ਨੈਸ਼ਨਲ ਜੁਡੀਸ਼ੀਅਲ ਇਨਫਰਾਸਟਰਕਚਰ ਅਥਾਰਟੀ ਆਫ ਇੰਡੀਆ ਬਣਾਈਏ। ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਨਾਲਸਾ ਜਿਹੜਾ ਹੈਗਾ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਦੇ ਅੰਡਰ ਹੈ, ਲੇਕਿਨ ਇਹ ਜਿਹੜੀ ਅਥਾਰਟੀ ਹੋਊਗੀ ਇਹ ਹੋਊਗੀ ਸੁਪਰੀਮ ਕੋਰਟ ਦੇ ਅੰਡਰ। ਅਤੇ ਦੇਖੂਗੀ ਕੀ ਇਹ ਫਿਜ਼ੀਕਲ ਪ੍ਰਮਾਈਸਿਸ ਆਫ ਕੋਰਟ ਦੀ ਫਿਜ਼ੀਕਲ ਪ੍ਰਮਾਈਸਿਸ ਬਾਰੇ, ਟ੍ਰਿਬਿਊਨਲਸ ਬਾਰੇ। ਆਪਾਂ ਨੂੰ ਪਤਾ ਹੀ ਹੈ ਟ੍ਰਿਬਿਊਨਲਸ ਕੀ ਹੁੰਦੇ ਨੇ ਜੀ, ਆਪਣੇ ਆਰਟੀਕਲ ਨੰਬਰ 323 ਦੇ ਵਿੱਚ ਆਉਂਦੇ ਨੇ। ਇਹ 323A ਦੇ ਵਿੱਚ ਆਉਂਦਾ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ, ਜਿਹੜੇ ਬਾਕੀ ਰਹਿ ਗਏ ਉਹ 323B ਦੇ ਵਿੱਚ ਆਉਂਦੇ ਨੇ। ਟ੍ਰਿਬਿਊਨਲ ਬੇਸਿਕਲੀ ਕੋਰਟ ਦੇ ਕੰਮ ਨੂੰ ਘਟਾਉਣ ਲਈ ਬਣਾਏ ਗਏ ਨੇ। ਇਹ ਕੰਮ ਵੀ ਕੋਰਟ ਦੀ ਤਰ੍ਹਾਂ ਹੀ ਕਰਦੇ ਨੇ, ਕੁਆਸੀ ਜੁਡੀਸ਼ੀਅਲ ਹੁੰਦੇ ਨੇ, ਲੇਕਿਨ ਕੋਰਟ ਤੋਂ ਡਿਫਰੈਂਟ ਨੇ। ਤਾਂ ਕੋਰਟ ਦੇ ਬੇਸਿਕਲੀ ਕੰਮ ਨੂੰ ਘਟਾਉਣ ਦੇ ਲਈ ਹੀ ਟ੍ਰਿਬਿਊਨਲ ਜਿਹੜੇ ਬਣਾਏ ਗਏ ਸੀਗੇ। ਅੱਛਾ, ਲੋਅਰਸ ਦੇ ਚੈਂਬਰ ਐਟਸੈਟਰਾ, ਇਹ ਸਭ ਜਿਹੜੀ ਚੀਜ਼ਾਂ ਨੇ ਇਹ ਅਥਾਰਟੀ ਨੇ ਦੇਖਣੀਆਂ ਨੇ। ਤਾਂ ਇਹਦਾ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਡੀ। ਜੇਕਰ ਇੱਥੇ ਕਰੈਕਟ ਪੁੱਛਿਆ ਹੁੰਦਾ ਕਰੈਕਟ ਕੋਡ ਕਿਹੜਾ ਹੈ, ਫਿਰ ਆਪਾਂ ਆਪਸ਼ਨ ਨੰਬਰ ਸੀ ਨੂੰ ਲਾ ਕੇ ਆਉਂਦੇ। ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਕੁਐਸਚਨ ਸਮਝ ਆ ਗਿਆ ਹੋਊਗਾ, ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ। ਨੈਕਸਟ ਗੱਲ ਕਰ ਰਿਹਾ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਹੈ, RTI 2005, ਜਿਹਦੇ ਲਈ ਆਪਾਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਾਫੀ ਜ਼ਿਆਦਾ ਜਦੋਂ ਜਹਿਦ ਕੀਤੀ ਸੀਗੀ, ਉਹਨਾਂ ਨੂੰ ਇਸੇ ਕੰਮ ਲਈ ਰਮਨ ਮੈਗਸੇਸੇ ਅਵਾਰਡ ਮਿਲਿਆ ਸੀਗਾ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਰਮਨ ਮੈਗਸੇਸੇ ਅਵਾਰਡ ਹੈ ਜਿਹੜੀ ਉਹ ਫਿਲੀਪੀਅਨ ਗਵਰਨਮੈਂਟ ਦਿੰਦੀ ਹੈਗੀ ਹੈ। ਤਾਂ ਅਰਵਿੰਦ ਕੇਜਰੀਵਾਲ ਨੂੰ ਇਹ ਅਵਾਰਡ ਮਿਲ ਚੁੱਕਿਆ ਆਲਰੇਡੀ, ਮਤਲਬ ਦਿੱਲੀ ਦੇ CM ਰਹਿਣ ਤੋਂ ਪਹਿਲਾਂ ਹੀ ਮਿਲ ਚੁੱਕਿਆ ਸੀਗਾ, ਨਹੀਂ ਵੀ ਦਿੱਲੀ ਦੇ CM ਬਣਨ ਤੋਂ ਬਾਅਦ ਮਿਲਿਆ। ਨੈਕਸਟ ਗੱਲ ਕਰ ਰਿਹਾ ਹੈ ਰਾਈਟ ਟੂ ਇਨਫੋਰਮੇਸ਼ਨ ਕੀ ਚੀਜ਼ ਹੈ, ਲੀਗਲ ਰਾਈਟ ਹੈ, ਫੰਡਾਮੈਂਟਲ ਰਾਈਟ ਹੈ, ਜਾਂ ਬੋਥ ਨੇ, ਜਾਂ ਦੋਨਾਂ ਵਿੱਚੋਂ ਕੋਈ ਵੀ ਨਹੀਂ। ਦੇਖੋ RTI ਜਦੋਂ ਦੀ ਆਈ ਹੈ ਨਾ, ਹੋਇਆ ਕੀ ਹੈ,
ਕਿ ਗਵਰਨਮੈਂਟ ਜਿਹੜਾ ਵੀ ਸਿਟੀਜ਼ਨ ਕਿਸੇ ਪਰਟੀਕੂਲਰ ਚੀਜ਼ ਬਾਰੇ ਇਨਫੋਰਮੇਸ਼ਨ ਲੈਂਦਾ ਹੈ, ਚਾਹੇ ਉਹ ਰਿਕਰੂਟਮੈਂਟ ਹੀ ਕਿਉਂ ਨਾ ਹੈ, ਤਾਂ ਗਵਰਨਮੈਂਟ ਨੂੰ ਉਹਦੀ ਇਨਫੋਰਮੇਸ਼ਨ ਦੇਣੀ ਹੋਊਗੀ। ਅਤੇ ਇਹ ਇੱਕ ਲੀਗਲ ਰਾਈਟ ਹੈ, ਫੰਡਾਮੈਂਟਲ ਰਾਈਟ ਨਹੀਂ ਹੈ। ਅਤੇ RTI ਐਕਟ ਕੀ ਕਰਦਾ ਹੈ, ਸਿਟੀਜ਼ਨਸ ਨੂੰ ਪਾਵਰ ਦਿੰਦਾ ਹੈ ਜੋ ਕਿਸੇ ਚੀਜ਼ ਨੂੰ ਪ੍ਰਮੋਟ ਕਰਦਾ ਟਰਾਂਸਪੇਰੈਂਸੀ ਨੂੰ, ਕਿ ਸਿਸਟਮ ਦੇ ਵਿੱਚ ਕੰਮ ਕਿੱਦਾਂ ਹੁੰਦਾ ਹੈਗਾ, ਕਿੰਨਾ ਕੰਮ ਹੋਇਆ, ਕਿਸੇ ਚੀਜ਼ ਦੇ ਉੱਪਰ ਕਿੰਨਾ ਖਰਚ ਹੋਇਆ, ਕਿੰਨਾ ਐਲੋਕੇਸ਼ਨ ਹੋਇਆ, ਇਹ ਸਭ ਚੀਜ਼ਾਂ ਕਾਮਨ ਪੀਪਲ ਪੁੱਛ ਸਕਦੇ ਨੇ ਸਰਕਾਰ ਨੂੰ। ਅਤੇ ਇਹਦੇ ਨਾਲ ਕੀ ਹੁੰਦਾ ਹੈ, ਗਵਰਨਮੈਂਟ ਆਫਿਸਿਸ ਦੀ ਅਕਾਊਂਟੇਬਿਲਿਟੀ ਵੱਧਦੀ ਹੈ। ਇਹ ਕਾਫੀ ਸਾਰੀ ਚੀਜ਼ਾਂ ਨੇ ਜਿਹੜੀ ਇੱਕ RTI ਨਾਲ ਆਪਾਂ ਨੂੰ ਜਾਣਨ ਨੂੰ ਮਿਲਦੀਆਂ ਨੇ। ਤਾਂ ਆਪਸ਼ਨ ਨੰਬਰ B ਇਹਦਾ ਰਾਈਟ ਆਨਸਰ ਹੋਊਗਾ। ਅਤੇ ਨੈਕਸਟ ਜਾਣ ਤੋਂ ਪਹਿਲਾਂ ਤੁਸੀਂ ਨਾ ਮੈਂ ਨਾਇਬ ਤਹਿਸੀਲਦਾਰ ਰਹੀ ਨਾ ਆਲਰੇਡੀ ਇੱਕ ਪਹਿਲਾਂ ਵੀ ਇੱਕ ਪੂਰੀ ਕੰਪਲੀਟ ਸੀਰੀਜ਼ ਲੈ ਕੇ ਆ ਚੁੱਕਿਆ 500 ਇੰਪੋਰਟੈਂਟ MCQs ਦੀ, ਅਤੇ ਉਹਦੇ ਵਿੱਚ ਮੈਂ ਸਾਰੇ ਡਿਫਰੈਂਟ ਜਿਹੜੇ ਸਬਜੈਕਟ ਨੇ ਉਹ ਕਵਰ ਕਰਵਾਏ ਨੇ, ਤਾਂ ਤੁਸੀਂ ਉਹ ਵੀ ਦੇਖਿਓ। ਮੈਂ ਤੁਹਾਨੂੰ ਦੱਸ ਦਿੰਦਾ ਇੱਕ ਵਾਰ ਮੇਰੇ ਚੈਨਲ 'ਤੇ ਜਾਣ ਤੋਂ ਬਾਅਦ ਤੁਹਾਨੂੰ ਕਿੱਦਾਂ ਪਤਾ ਲੱਗੂਗਾ। ਆ ਦੇਖੋ, ਜਿੱਦਾਂ ਹੀ ਤੁਸੀਂ ਚੈਨਲ 'ਤੇ ਜਾਓਗੇ, ਚੈਨਲ ਦੇ ਹੋਮ ਪੇਜ 'ਤੇ ਜਾ ਕੇ ਤੁਸੀਂ ਦੇਖੋਗੇ ਕਿ ਇੱਥੇ ਇੱਕ ਸਪੈਸ਼ਲ ਸੀਰੀਜ਼ ਬਣੀ ਹੋਈ ਆ ਰਹੀ। ਇਹ ਜਿਹੜੀ ਹੈ ਸਪੈਸ਼ਲ ਨਾਇਬ ਤਹਿਸੀਲਦਾਰ ਬਾਰੇ ਸੀਰੀਜ਼ ਹੈ, ਅਤੇ ਇਹਦੇ ਵਿੱਚ ਵੀ ਬਹੁਤ ਇੰਪੋਰਟੈਂਟ ਨੇ। ਹਾਲਾਂਕਿ ਮੈਂ ਥੋੜ੍ਹੇ ਹਾਈ ਲੈਵਲ ਕੁਐਸਚਨ ਕਰਾਏ ਨੇ, ਤਾਂ ਆਹ ਜਿਹੜੇ ਨੇ ਟੋਟਲ 33 ਪਾਰਟ ਨੇ, ਆ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ। ਤੁਹਾਨੂੰ ਲੱਗੇਗਾ ਕਿ ਹਾਂ, ਮੇਰਾ GK ਦੇ ਵਿੱਚ ਕੌਨਫੀਡੈਂਸ ਆਇਆ ਹੈਗਾ ਵੀਡੀਓਜ਼ ਦੇਖ ਕੇ। ਹੁਣ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੀ ਔਰ। ਪੁੱਛ ਰਿਹਾ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅਮੋਂਗ 8 ਕੋਰ ਸੈਕਟਰ ਇੰਡਸਟਰੀ, ਯਾਨੀ ਕਿ ਆਪਾਂ ਨੂੰ ਪਤਾ ਆਪਣੀ ਜਿਹੜੀ ਕੋਰ ਸੈਕਟਰ ਇੰਡਸਟਰੀ ਨੇ ਉਹ 8 ਨੇ, ਅਤੇ ਦਿੱਤੇ ਗਏ ਆਪਸ਼ਨ ਦੇ ਵਿੱਚ ਕਿਹੜਾ ਕੋਰ ਸੈਕਟਰ ਇੰਡਸਟਰੀ ਨਹੀਂ ਹੈ। ਦੇਖੋ ਜੀ, ਜੇ ਮੈਂ ਰਿਫਾਈਨਰੀ ਪ੍ਰੋਡਕਟ ਦੀ ਗੱਲ ਕਰਾਂ, ਬਿਲਕੁਲ ਹੈ। ਕਰੂਡ ਆਇਲ ਹੈਗਾ, ਸੀਮੈਂਟ ਹੈਗਾ। ਜਿਹੜਾ ਨਹੀਂ ਹੈ ਆਟੋਮੋਬਾਈਲ ਸੈਕਟਰ ਜਿਹੜਾ ਹੈ ਉਹ ਕੋਰ ਇੰਡਸਟਰੀ ਸੈਕਟਰ ਨਹੀਂ ਹੈਗਾ, ਕਿਉਂਕਿ ਆਟੋਮੋਬਾਈਲ ਜਿਹਦੇ ਨਾਲ ਬਣਦਾ, ਜਿਵੇਂ ਮੈਂ ਗੱਡੀ ਦੀ ਗੱਲ ਕਰਦਾ ਤਾਂ ਉਹ ਕੋਰ ਇੰਡਸਟਰੀ ਦੇ ਪਾਰਟ ਨਾਲ ਮਿਲ ਕੇ ਹੀ ਬਣਦਾ। ਜਿਵੇਂ ਮੈਂ ਸਟੀਲ ਦੀ ਗੱਲ ਕਰ ਦਿੰਦਾ ਤਾਂ ਸਟੀਲ ਕੀ ਇੱਕ ਕੋਰ ਇੰਡਸਟਰੀ ਹੈਗੀ ਹੈ, ਤਾਂ ਇਸ ਕਰਕੇ ਮੈਂ ਕਹਿ ਸਕਦਾ ਆਟੋਮੋਬਾਈਲ ਇੱਕ ਕੋਰ ਸੈਕਟਰ ਇੰਡਸਟਰੀ ਨਹੀਂ ਹੈ। ਜੇਕਰ ਮੈਂ ਵੇਟੇਜ ਦੀ ਗੱਲ ਕਰਾਂ ਕਿੰਨੀ ਹੈ ਇਹਨਾਂ ਦੀ, ਜਿਵੇਂ ਸਭ ਤੋਂ ਜ਼ਿਆਦਾ ਵੇਟੇਜ ਕਿਹਦੀ ਹੈ, ਰਿਫਾਈਨਰੀ ਪ੍ਰੋਡਕਟ ਦੀ ਹੈ, ਫਿਰ ਹੈ ਇਲੈਕਟ੍ਰੀਸਿਟੀ, ਫਿਰ ਸਟੀਲ, ਕੋਇਲਾ, ਕਰੂਡ ਆਇਲ, ਨੈਚੁਰਲ ਗੈਸ, ਸੀਮੈਂਟ ਐਂਡ ਫਰਟੀਲਾਈਜ਼ਰ। ਇਹ ਡੇਟਾ ਕਿਹੜਾ ਨਵੰਬਰ ਮੰਥ ਦਾ ਹੈ ਜੀ। ਦੈਟ ਮੀਨਸ ਮੈਂ ਕਹਿ ਸਕਦਾ ਕਿ ਸਭ ਤੋਂ ਜ਼ਿਆਦਾ ਜਿਹੜੀ ਵੇਟੇਜ ਹੈ ਉਹ ਰਿਫਾਈਨਰੀ ਪ੍ਰੋਡਕਟ ਦੀ ਹੈ, ਅਤੇ ਸਭ ਤੋਂ ਘੱਟ ਜਿਹੜੀ ਵੇਟੇਜ ਹੈ ਉਹ ਫਰਟੀਲਾਈਜ਼ਰ ਦੀ ਹੈ। ਇਹ ਆਪਣੀ 8 ਕੋਰ ਸੈਕਟਰ ਇੰਡਸਟਰੀ, ਇਹਨਾਂ ਦੇ ਨਾਂ ਯਾਦ ਕਰ ਲਿਓ। ਜੇ ਕਾਪੀ ਪੈਨ ਲੈ ਕੇ ਬੈਠੇ ਹੋ, ਵੈਲ ਐਂਡ ਗੁੱਡ ਹੈ, ਲਿਖ ਲਓ, ਬਹੁਤ ਹੀ ਇੰਪੋਰਟੈਂਟ ਹੈ ਇਹ, ਜੇ ਮੈਂ ਇਕਨੋਮਿਕਸ ਫੀਲਡ ਦੀ ਗੱਲ ਕਰਾਂ। ਅਤੇ ਇਹਨੂੰ ਕੰਪਾਈਲ ਕੌਣ ਕਰਦਾ ਹੈ, ਇਹ ਕਰਦਾ ਹੈਗਾ CSO, ਜਿਹਨੂੰ ਕਿ ਆਪਾਂ ਸੈਂਟਰ ਸਟੈਟਿਕਲ ਆਰਗੇਨਾਈਜੇਸ਼ਨ ਕਹਿੰਦੇ ਹਾਂ। ਤਾਂ ਆਨਸਰ ਤੁਹਾਨੂੰ ਪਤਾ ਲੱਗਿਆ ਹੋਣਾ, ਆਪਸ਼ਨ ਨੰਬਰ D ਇਹਦਾ ਆਨਸਰ ਸੀਗਾ ਜੀ। ਆਟੋਮੋਬਾਈਲ ਇੱਕ ਕੋਰ ਸੈਕਟਰ ਇੰਡਸਟਰੀ ਨਹੀਂ ਹੈ। ਨੈਕਸਟ ਗੱਲ ਕਰਦੇ ਹਾਂ, ਸਾਰਥੀ ਮੋਬਾਈਲ ਐਪ ਵਾਜ਼ ਲਾਂਚਡ ਬਾਏ। ਇਹ ਵੀ ਕਰੰਟ ਅਫੇਅਰ ਦਾ ਕੁਐਸਚਨ ਹੈ ਕਿ ਇੱਕ ਐਪ ਹੈ ਜਿਹਦਾ ਨਾਮ ਹੈ ਸਾਰਥੀ, ਇਹ ਕਿਹਨੇ ਲਾਂਚ ਕੀਤੀ ਹੈ। ਦਾ ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ, ਜਿਹਨੂੰ ਕਿ ਆਪਾਂ SEBI ਕਹਿੰਦੇ ਹਾਂ ਸ਼ੋਰਟ ਫਾਰਮ ਦੇ ਵਿੱਚ। ਨੈਕਸਟ ਹੈ ਨੈਸ਼ਨਲ ਅਥਾਰਟੀ ਆਫ ਇੰਡੀਆ, ਜਿਹਨੂੰ ਆਪਾਂ NHAI ਕਹਿੰਦੇ ਹਾਂ। ਥਰਡ ਹੈ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ IT। ਚੌਥਾ ਹੈ RBI। ਇਹਨਾਂ ਚਾਰਾਂ ਵਿੱਚੋਂ ਕਿਹਨੇ ਕੀਤੀ ਹੈ, ਤਾਂ ਇਹ ਕੀਤੀ ਹੈ ਜੀ SEBI ਨੇ। SEBI ਮਤਲਬ ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ। ਆਪਸ਼ਨ ਨੰਬਰ A ਇਹਦਾ ਸਹੀ ਆਨਸਰ ਹੋਊਗਾ। ਕਿਉਂ? ਇਟ ਏਮਸ ਟੂ ਕ੍ਰੀਏਟ ਅਵੇਅਰਨੈਸ ਫੈਲਾਉਣ ਲਈ, ਕਿਹਦੇ ਵਿੱਚ, ਇਨਵੈਸਟਰ ਦੇ ਵਿੱਚ, ਅਬਾਊਟ ਦਾ ਬੇਸਿਕ ਕੰਸੈਪਟ ਆਫ ਸਿਕਿਉਰਿਟੀਜ਼ ਮਾਰਕੀਟ। ਤੁਹਾਨੂੰ ਪਤਾ ਜਦੋਂ ਕੋਵਿਡ ਆਇਆ ਸੀ ਨਾ, ਤਾਂ ਜਿਹੜੀ ਸਟੋਕ ਮਾਰਕੀਟ ਹੈ ਉਹਦੇ ਵਿੱਚ ਇਨਵੈਸਟਮੈਂਟ ਨਾ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਹੈਗੀ। ਮਤਲਬ ਹੁਣ ਤੁਸੀਂ ਆਸ-ਪਾਸ ਵੀ ਆਪਣੇ ਦੇਖਦੇ ਹੋਵੋਗੇ, ਆਪਣੇ ਫਰੈਂਡ ਸਰਕਲ ਦੇ ਵਿੱਚ ਜਾਂ ਫੈਮਿਲੀ ਦੇ ਵਿੱਚ, ਕਿ ਸਟੋਕ ਮਾਰਕੀਟ ਦੇ ਵਿੱਚ ਵਾਧਾ ਹੋਇਆ ਹੈਗਾ ਇਨਵੈਸਟਮੈਂਟ ਦੇ ਵਿੱਚ। ਜੇ ਮੈਂ ਕੋਵਿਡ ਤੋਂ ਪਹਿਲਾਂ ਦੀ ਗੱਲ ਕਰਾਂ, ਉਸ ਟਾਈਮ ਘੱਟ ਸੀਗਾ, ਅਤੇ ਕੋਵਿਡ ਤੋਂ ਬਾਅਦ ਇਹ ਇਨਵੈਸਟਮੈਂਟ ਜਿਹੜੀ ਹੈ ਕਾਫੀ ਜ਼ਿਆਦਾ ਵਧੀ ਹੈ। ਅਤੇ ਇਹ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਵੀ ਇਹ ਐਪ ਕਰੂਗੀ ਕੀ KYC, ਯਾਨੀ ਕਿ ਨੋ ਯੂਰ ਕਸਟਮਰ ਪ੍ਰੋਸੈਸ, ਟ੍ਰੇਡਿੰਗ, ਸੈਟਲਮੈਂਟ, ਮਿਊਚੁਅਲ ਫੰਡ ਬਾਰੇ, ਰੀਸੈਂਟ ਮਾਰਕੀਟ ਡਿਵੈਲਪਮੈਂਟ ਬਾਰੇ, ਯਾਨੀ ਕਿ ਕਾਫੀ ਚੀਜ਼ਾਂ ਬਾਰੇ ਦੱਸਦੀ ਹੈ। ਅਤੇ ਜੇਕਰ ਮੈਂ SEBI ਦੀ ਗੱਲ ਕਰਾਂ, SEBI ਇੱਕ ਸਟੈਚੂਟਰੀ ਬੋਡੀ, ਯਾਨੀ ਕਿ ਪਾਰਲੀਮੈਂਟ ਵੱਲੋਂ ਲੋਅ ਪਾਸ ਕਰਕੇ ਬਣਾਈ ਗਈ ਹੈ, ਅਤੇ ਇਹਦਾ ਇਸਟੈਬਲਿਸ਼ਮੈਂਟ ਕਦੋਂ ਹੋਇਆ ਸੀ, 12 ਅਪ੍ਰੈਲ 1992 ਦੇ ਵਿੱਚ। ਆਹ ਸਾਰਥੀ ਐਪ ਹੈ, ਅਤੇ ਇਹਨਾਂ ਨੇ ਦੇਖੋ ਆਈਕਨ ਦੇ ਵਿੱਚ ਵੀ SEBI ਬਣਾਇਆ ਹੋਇਆ ਹੈ, SEBI ਯਾਨੀ ਕਿ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨੇ ਸਾਰਥੀ ਮੋਬਾਈਲ ਐਪ ਲਾਂਚ ਕੀਤੀ। ਹੁਣ ਅਗਲਾ ਕੁਐਸਚਨ ਹੈ ਇੰਟਰਨੈਸ਼ਨਲ ਰਿਲੇਸ਼ਨਸ਼ਿਪ IR ਦੇ ਵਿੱਚ। ਕੁਐਸਚਨ ਕੀ ਹੈ, ਵਿਚ ਕੰਟਰੀਜ਼ ਪਾਰਲੀਮੈਂਟ ਪਾਸਡ ਏ ਲਾਅ ਅਪਰੂਵਿੰਗ ਦਾ ਰੀਲੋਕੇਸ਼ਨ ਆਫ ਇਟ ਕੈਪੀਟਲ ਫਰੋਮ ਜਕਾਰਟਾ ਟੂ ਨਿਊ ਸੈਂਟਰਾ। ਦੇਖੋ ਜੀ, ਜਕਾਰਤਾ ਕਿਹਦੀ ਕੈਪੀਟਲ ਹੈ ਤਾਂ ਆਪਾਂ ਨੂੰ ਪਤਾ ਹੀ ਹੈ, ਕਾਫੀ ਈਜ਼ੀ ਕੁਐਸਚਨ ਹੈ, ਉਹ ਹੈਗਾ ਇੰਡੋਨੇਸ਼ੀਆ। ਲੇਕਿਨ ਜੇਕਰ ਕੁਐਸਚਨ ਇੱਦਾਂ ਆ ਜਾਏ ਵੀ ਇੰਡੋਨੇਸ਼ੀਆ ਨੇ ਆਪਣੀ ਹਲੇ ਰਾਜਧਾਨੀ ਬਦਲੀ ਹੈ, ਪਹਿਲਾਂ ਰਾਜਧਾਨੀ ਸੀਗੀ ਜਕਾਰਤਾ, ਹੁਣ ਕਿਹੜੀ ਬਣੀ ਹੈ, ਤਾਂ ਨਿਊ ਸੈਂਟਰਾ ਜਿਹੜੀ ਹੈ ਇਹਦੀ ਨਿਊ ਕੈਪੀਟਲ ਬਣੀ ਹੈ। ਅਤੇ ਇੰਡੋਨੇਸ਼ੀਆ ਪਹਿਲਾ ਕੈਪੀਟਲ ਨਹੀਂ ਹੈਗਾ ਜਿਹਨੇ ਆਪਣੀ ਕੈਪੀਟਲ ਹੈ ਜਿਹੜੀ ਉਹ ਚੇਂਜ ਕੀਤੀ ਹੈ। ਇਹ ਤੋਂ ਪਹਿਲਾਂ ਵੀ ਇਹ ਕਿੱਸੇ ਹੋ ਚੁੱਕੇ ਨੇ, ਜਿਵੇਂ ਕਿ 2003 ਦੇ ਵਿੱਚ ਮਲੇਸ਼ੀਆ ਨੇ ਆਪਣੀ ਕੈਪੀਟਲ ਬਦਲੀ ਸੀਗੀ,
ਜਿਵੇਂ ਮਿਆਂਮਾਰ ਨੇ 2006 ਦੇ ਵਿੱਚ ਰੰਗੂਨ ਤੋਂ ਨਾਇਪਾਇਡੋ ਜਿਹੜੀ ਸੀ ਆਪਣੀ ਨਈ ਕੈਪੀਟਲ ਬਣਾਈ ਸੀ। ਹੁਣ ਉਸੇ ਤਰਜ਼ 'ਤੇ ਇੰਡੋਨੇਸ਼ੀਆ ਨੇ, ਜੇਕਰ ਆਪਾਂ ਮੈਪ ਦੇ ਥਰੂ ਦੇਖੀਏ, ਦੇਖੋ ਜੀ, ਜੇਕਰ ਇੰਡੋਨੇਸ਼ੀਆ ਕਾਫੀ ਜ਼ਿਆਦਾ ਆਈਲੈਂਡ ਦਾ ਇੱਕ ਦੀਪ ਸਮੂਹ ਹੈਗਾ, ਤਾਂ ਆਹ ਸੀਗਾ ਜਕਾਰਟਾ ਜੋ ਪਹਿਲਾਂ ਸੀਗੀ, ਲੇਕਿਨ ਹੁਣ ਜਿਹੜੀ ਆ ਨਈ ਕੈਪੀਟਲ ਨਿਊ ਸੈਂਟਰ ਜਿਹੜੀ ਹੈ ਉਹ ਇੱਥੇ ਬਣਨ ਜਾ ਰਹੀ ਹੈ। ਧਿਆਨ ਰੱਖਣ ਵਾਲੀ ਚੀਜ਼ ਕਿਹੜੀ ਹੈ ਜੀ, ਇੰਡੋਨੇਸ਼ੀਆ ਨੇ ਆਪਣੀ ਕੈਪੀਟਲ ਬਦਲੀ ਹੈ, ਕਿਹੜੀ ਬਣੀ ਹੈ, ਉਹ ਨਿਊ ਸੈਂਟਰ। ਨੈਕਸਟ ਗੱਲ ਕਰ ਰਿਹਾ ਸਟੀਮ ਐਟ 100 ਡਿਗਰੀ ਸੈਲਸੀਅਸ। ਇਹ ਡਿਗਰੀ ਸੈਲਸੀਅਸ ਹੈ, ਮੈਂ ਇੱਥੇ ਪਾਣਾ ਭੁੱਲ ਗਿਆ। causes more severe burn than the water at the same temperature because ਇਹ ਕਹਿ ਰਿਹਾ ਵੀ ਜਿਹੜੀ ਸਟੀਮ ਹੈ, ਭਾਂਪ ਹੈ, ਜੇ ਭਾਂਪ ਦਾ ਟੈਂਪਰੇਚਰ ਅਤੇ ਗਰਮ ਪਾਣੀ ਦਾ ਟੈਂਪਰੇਚਰ ਉਹਨਾਂ ਦਾ ਸੇਮ ਕਰ ਦਿੱਤਾ ਜਾਵੇ, ਅਤੇ ਜਿਹੜੀ ਚੋਟ ਹੈ ਜਾਂ ਫਿਰ ਜਿਹੜੀ ਬਰਨਿੰਗ ਹੈ ਉਹ ਸਟੀਮ ਦੇ ਨਾਲੋਂ ਜ਼ਿਆਦਾ ਹੋਊਗੀ ਐਜ਼ ਕੰਪੈਰੇਟਿਵ ਟੂ ਵਾਟਰ। ਤਾਂ ਇਹਦਾ ਆਨਸਰ ਕੀ ਹੋਊਗਾ ਕਰੈਕਟ, ਸਟੀਮ ਇਜ਼ ਏ ਗੈਸ। ਹਾਲਾਂਕਿ ਗੱਲ ਵੀ ਸਹੀ ਕਹਿ ਰਿਹਾ, ਲੇਕਿਨ ਇਹਦਾ ਸਟੀਕ ਆਨਸਰ ਆ ਨਹੀਂ ਬਣੂਗਾ। ਸੈਕਿੰਡ ਆਪਸ਼ਨ ਕਹਿ ਰਿਹਾ ਸਟੀਮ ਪ੍ਰੋਵਾਈਡ ਮੋਰ ਹੀਟ, ਤਾਂ ਇਹਦਾ ਆਨਸਰ ਕੀ ਹੈ, ਬਿਲਕੁਲ ਸਹੀ ਆਪਸ਼ਨ ਨੰਬਰ ਬੀ, ਕਿ ਸਟੀਮ ਕਿਹੜਾ ਹੈ ਮੋਰ ਹੀਟ ਪ੍ਰੋਵਾਈਡ ਕਰਦਾ। ਕਈ ਵਾਰ ਕੀ ਹੁੰਦਾ ਤੁਹਾਨੂੰ ਦਿੱਤਾ ਜਾਊਗਾ ਸਟੀਮ ਹੈਜ਼ ਲੇਟੈਂਟ ਹੀਟ, ਤਾਂ ਲੇਟੈਂਟ ਹੀਟ ਵੀ ਦਾ ਇਹੀ ਮਤਲਬ ਹੈ ਕਿ ਉਹਦੇ ਵਿੱਚ ਹੀਟ ਜ਼ਿਆਦਾ ਹੈ। ਕਿਉਂਕਿ ਜੇ ਮੈਂ ਤੁਹਾਨੂੰ ਸਿੰਪਲ ਲੈਂਗੁਏਜ ਦੇ ਵਿੱਚ ਸਮਝਾਵਾਂ ਤਾਂ ਆਹੀ ਗੱਲ ਆਪਾਂ ਸਮਝ ਲਈਏ ਕਿ ਲੇਟੈਂਟ ਹੀਟ ਦੇ ਵਿੱਚ ਹੀਟ ਜਿਹੜਾ ਉਹ ਜ਼ਿਆਦਾ ਹੈਗਾ, ਦੈਟਸ ਵਾਈ ਇਹ ਜ਼ਿਆਦਾ ਬਰਨ ਸੇਵਰ ਕਰੇਗਾ। ਜੇਕਰ ਮੈਂ ਟੈਕਨੀਕਲ ਟਰਮਸ ਦੀ ਗੱਲ ਕਰਾਂ ਮੈਂ ਤੁਹਾਨੂੰ ਦੱਸ ਹੀ ਦਿੰਦਾ, ਕਿਉਂਕਿ ਜਦੋਂ ਪਾਣੀ ਗਰਮ ਹੋ ਕੇ ਸਟੀਮ ਵਿੱਚ ਕਨਵਰਟ ਹੋਏਗਾ ਨਾ, ਤਾਂ ਕੀ ਐਬਜ਼ਰਵ ਕਰੇਗਾ ਇਹ ਲੇਟੈਂਟ ਹੀਟ ਆਫ ਵੈਪਰਾਈਜੇਸ਼ਨ, ਕਿਉਂਕਿ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜਾ ਰਿਹਾ ਹੈ, ਯਾਨੀ ਕਿ ਲਿਕੁਇਡ ਫੋਰਮ ਤੋਂ ਗੈਸ ਸਟੇਟ ਦੇ ਵਿੱਚ ਜਾ ਰਿਹਾ, ਤਾਂ ਕੀ ਹੋਊਗਾ ਲੈਟੈਂਟ ਹੀਟ ਆਫ ਵੈਪਰਾਈਜੇਸ਼ਨ ਨੂੰ ਵੀ ਐਬਜ਼ਰਵ ਕਰੇਗਾ, ਜਿਸ ਕਰਕੇ ਇਹ ਜ਼ਿਆਦਾ ਹੀਟ ਪ੍ਰੋਡਿਊਸ ਕਰੇਗਾ, ਪ੍ਰੋਵਾਈਡ ਕਰੇਗਾ। ਦੈਟਸ ਵਾਈ ਇਹਨੂੰ ਆਪਾਂ ਕਹਿ ਸਕਦੇ ਹਾਂ ਸਟੀਮ ਪ੍ਰੋਵਾਈਡ ਮੋਰ ਹੀਟ, ਸੋ ਇਟ ਕ੍ਰੀਏਟ ਮੋਰ ਸੇਵਰ ਬਰਨ ਦੈਨ ਵਾਟਰ। ਨੈਕਸਟ ਗੱਲ ਕਰ ਰਹੇ, ਕਾਫੀ ਇੰਪੋਰਟੈਂਟ ਕੁਐਸਚਨ ਹੈ, ਆਪਣੇ ਪੇਪਰ ਦੇ ਵਿੱਚ ਆਉਣ ਦੇ ਬਹੁਤ ਜ਼ਿਆਦਾ ਚਾਂਸਿਸ ਨੇ। ਇਹਦੇ ਕੁਐਸਚਨ ਕੀ ਹੈ, ਇੱਕ ਕਲਪਨਾ ਚਾਵਲਾ ਸੈਂਟਰ ਫॉर ਰਿਸਰਚ ਇਨ ਸਪੇਸ ਸਾਇੰਸ ਐਂਡ ਟੈਕਨੋਲੋਜੀ ਹੈਜ਼ ਬੀਨ ਸੈਟ ਅਪ ਐਟ, ਯਾਨੀ ਕਿ ਕਲਪਨਾ ਚਾਵਲਾ ਸੈਂਟਰ ਹੈ ਜਿਹੜਾ, ਜਿਹਦੇ ਵਿੱਚ ਸਪੇਸ ਸਾਇੰਸ ਐਂਡ ਟੈਕਨੋਲੋਜੀ ਦੇ ਰਿਸਰਚ ਬਾਰੇ ਕੰਮ ਹੋਊਗਾ, ਉਹ ਸੈਟਅਪ ਕਿੱਥੇ ਕੀਤਾ ਗਿਆ, ਤਾਂ ਪੰਜਾਬ ਦੇ ਵਿੱਚ ਹੀ ਕੀਤਾ ਗਿਆ। ਤਾਂ ਹੀ ਸਾਰੇ ਆਪਸ਼ਨ ਆਪਾਂ ਦੇਖ ਸਕਦੇ ਹਾਂ ਕਿ ਚੰਡੀਗੜ੍ਹ, ਪਟਿਆਲਾ, ਲਵਲੀ ਯੂਨੀਵਰਸਿਟੀ ਅਤੇ ਚੰਡੀਗੜ੍ਹ ਯੂਨੀਵਰਸਿਟੀ। ਤਾਂ ਇਹ ਕੀਤਾ ਗਿਆ ਹੈ ਜੀ CU ਦੇ ਵਿੱਚ, ਚੰਡੀਗੜ੍ਹ ਯੂਨੀਵਰਸਿਟੀ, ਆਪਸ਼ਨ ਨੰਬਰ ਡੀ। ਹੁਣ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ, ਕਿਉਂਕਿ ਇਹਦੇ ਇਲਾਵਾ ਹੋਰ ਕਿੰਨੇ ਪੁਆਇੰਟਸ ਬਣ ਸਕਦੇ ਨੇ, ਕੁਐਸਚਨ ਬਣ ਸਕਦੇ ਨੇ, ਆਪਾਂ ਵੀ ਡਿਸਕਸ ਕਰਾਂਗੇ। ਜਿਹੜੇ ਆਪਣੇ ਡਿਫੈਂਸ ਮਿਨਿਸਟਰ ਨੇ, ਜਿਹਨੂੰ ਆਪਾਂ ਰੱਖਿਆ ਮੰਤਰੀ ਕਹਿੰਦੇ ਹਾਂ, ਉਹਨੇ ਰਾਜਨਾਥ ਸਿੰਘ, ਉਹਨਾਂ ਨੇ ਇਨੋਗਰੇਟ ਕੀਤਾ ਇਹਨੂੰ ਕਦੋਂ, ਚੰਡੀਗੜ੍ਹ ਯੂਨੀਵਰਸਿਟੀ ਵਿਖੇ 3 ਜਨਵਰੀ 1900 ਹਿਸਟਰੀ ਪੜ੍ਹ ਕੇ ਨਾ 1900 ਹੀ ਦਿਮਾਗ 'ਚ ਚੜ੍ਹ ਗਿਆ, ਜਨਵਰੀ 3 ਆਫ 2022। ਫਿਰ ਗੱਲ ਕਰਦੇ ਹਾਂ, ਦਿਸ ਸੈਂਟਰ ਹੈਜ਼ ਬੀਨ ਨੇਮਡ ਆਫਟਰ ਇੰਡੀਆ ਬੋਰਨ ਐਸਟਰੋਨੌਟ ਕਲਪਨਾ ਚਾਵਲਾ। ਆਪਾਂ ਸਾਰੇ ਜਣੇ ਕਲਪਨਾ ਚਾਵਲਾ ਨੂੰ ਜਾਣਦੇ ਹਾਂ, ਕਿਉਂਕਿ ਉਹਨਾਂ ਦੀ ਜਿਹੜੀ ਲਾਈਫ ਸੀ ਉਹ 2003 ਦੇ ਵਿੱਚ ਕੋਲੰਬੀਆ ਸ਼ਟਲ ਡਿਜ਼ਾਸਟਰ ਦੇ ਵਿੱਚ ਗਈ ਸੀ। ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ, ਯਾਦ ਰੱਖਿਓ, ਕੋਲੰਬੀਆ ਸ਼ਟਲ ਡਿਜ਼ਾਸਟਰ। ਨੈਕਸਟ ਗੱਲ ਕਰਦੇ ਹਾਂ, ਜਿਹੜਾ ਇਹ ਸੈਂਟਰ ਹੈ ਨਾ, ਉਹ ਗਰਾਊਂਡ ਕੰਟਰੋਲ ਸੈਂਟਰ ਹੋਏਗਾ ਚੰਡੀਗੜ੍ਹ ਸਟੂਡੈਂਟ ਸੈਟੇਲਾਈਟ CU ਸੈਟ। ਤੁਹਾਨੂੰ ਪਤਾ ਹੋਏਗਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਸਟੂਡੈਂਟ ਨੇ ਇੱਕ ਸੈਟੇਲਾਈਟ ਬਣਾਇਆ ਜਿਹਦਾ ਨਾਮ ਹੈਗਾ CU ਸੈਟ, ਅਤੇ ਉਹਦਾ ਜਿਹੜਾ ਗਰਾਊਂਡ ਕੰਟਰੋਲ ਸਟੇਸ਼ਨ ਹੈ ਉਹ ਕਲਪਨਾ ਚਾਵਲਾ ਸੈਂਟਰ ਫॉर ਰਿਸਰਚ ਇਨ ਸਪੇਸ ਟੈਕਨੋਲੋਜੀ ਦਾ ਹੀ ਹੋਊਗਾ। ਹੁਣ ਆਪਾਂ ਥੋੜ੍ਹੀ ਚੀਜ਼ਾਂ ਨਾ CU ਸੈਟ ਬਾਰੇ ਜਾਣ ਲੈਂਦੇ ਹਾਂ। CU ਸੈਟ ਕੀ ਹੈ, ਬੇਸਿਕਲੀ ਇਹ ਨੈਨੋ ਸੈਟੇਲਾਈਟ ਹੈ ਜੋ ਕਿ ਡਿਜ਼ਾਈਨ ਕੀਤਾ ਗਿਆ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਦੁਆਰਾ। ਕਿਹਦੇ ਲਈ ਕੀਤਾ ਗਿਆ ਹੈਗਾ, ਇਹ ਡਾਟਾ ਕੋਲੈਕਟ ਕਰੇਗਾ, ਬੋਰਡਰ ਇੰਟਰੂਸ਼ਨ ਡਿਟੈਕਸ਼ਨ, ਐਗਰੀਕਲਚਰ ਦੇ ਲਈ, ਵੈਦਰ ਫੋਰਕਾਸਟਿੰਗ ਦੇ ਲਈ, ਯਾਨੀ ਕਿ ਮੌਸਮ ਦੀ ਜਾਣਕਾਰੀ ਲਈ, ਨੈਚੁਰਲ ਡਿਜ਼ਾਸਟਰ ਮਤਲਬ ਕਿ ਜਿਹੜੇ ਵੀ ਨੈਚੁਰਲ ਡਿਜ਼ਾਸਟਰ ਆਉਂਦੇ ਨੇ, ਲਾਈਕ ਮੈਂ ਇਹਦੇ ਵਿੱਚ ਫੋਰਕਾਸਟਿੰਗ ਕਰਾਣਾ, ਮਤਲਬ ਕਿ ਜੋ ਕਈ ਆਪਾਂ ਸਾਈਕਲੋਨ ਵਗੈਰਾ ਦੇ ਐਗਜ਼ੈਕਟ ਟਾਈਮਿੰਗ ਆਪਾਂ ਨੂੰ ਦੱਸ ਸਕਦੇ ਨੇ ਵੀ ਸਾਈਕਲੋਨ ਬਣਨ ਵਾਲਾ ਹੈ, ਅਤੇ ਆਪਾਂ ਨੂੰ ਤੰਗ ਕਰ ਸਕੇ, ਕਿਉਂਕਿ ਬੇਸਿਕਲੀ ਜਿਹੜੇ ਸਟੇਟ ਬੀਚਿਸ ਨੂੰ ਲੱਗਦੇ ਨੇ ਨਾ, ਸਮੁੰਦਰ ਨੂੰ ਲੱਗਦੇ ਨੇ, ਉੱਥੇ ਜ਼ਿਆਦਾ ਹੈਲਪ ਕਰਦਾ, which will be helpful in research and study of various problem in these areas। ਫਿਰ ਆਪਾਂ ਗੱਲ ਕਰੀਏ, ਆਪਾਂ ਨੂੰ ਪਤਾ ਹੈ ਕਿ ਆਪਣਾ ਜਿਹੜਾ 75ਵਾਂ ਹੁਣ ਆਉਣ ਵਾਲਾ ਆਜ਼ਾਦੀ ਦਿਵਸ ਹੈਗਾ 15 ਅਗਸਤ ਨੂੰ, ਤਾਂ ਸੈਟੇਲਾਈਟ ਵਿਲ ਬੀ ਅਮੰਗ 75 ਸਟੂਡੈਂਟ ਬਿਲਡ ਸੈਟੇਲਾਈਟ ਟੂ ਬੀ ਲਾਂਚ, ਯਾਨੀ ਕਿ ਸਪੇਸ ਦੇ ਵਿੱਚ ਨਾ 75 ਸੈਟੇਲਾਈਟ ਲਾਂਚ ਕੀਤੇ ਜਾਣਗੇ, ਤਾਂ CU ਸੈਟ ਵੀ ਉਹਨਾਂ ਵਿੱਚੋਂ ਇੱਕ ਹੋਏਗਾ। ਅਤੇ ਇਹਦੇ ਨਾਲ ਹੋਊਗਾ ਕਿ ਪੰਜਾਬ ਜਿਹੜਾ ਹੈ ਪਹਿਲਾ ਬੋਰਡਰ ਸਟੇਟ ਬਣ ਜੂਗਾ ਇੰਡੀਆ ਦੇ ਵਿੱਚ, ਜਿਹਦਾ ਆਪਣਾ ਖੁਦ ਦਾ ਸੈਟੇਲਾਈਟ ਹੋਊਗਾ ਸਪੇਸ ਦੇ ਵਿੱਚ। ਫਸਟ ਬੋਰਡਰ ਸਟੇਟ, ਧਿਆਨ ਰੱਖਿਓ, ਫਸਟ ਬੋਰਡਰ ਸਟੇਟ ਹੈ, ਫਸਟ ਸਟੇਟ ਨਹੀਂ ਹੈਗਾ। ਤਾਂ ਕਾਫੀ ਇੰਪੋਰਟੈਂਟ ਗੱਲ ਹੈ ਪੰਜਾਬ ਲਈ, ਕਾਫੀ ਪ੍ਰਾਊਡ ਵਾਲੀ ਗੱਲ ਹੈ। ਤਾਂ ਇਹ ਥੋੜ੍ਹਾ ਜਿਹਾ ਇੰਪੋਰਟੈਂਟ ਹੋ ਸਕਦਾ ਐਗਜ਼ਾਮ ਪੁਆਇੰਟ ਆਫ ਵਿਊ ਨਾਲ, ਤਾਂ ਧਿਆਨ ਰੱਖਿਓ ਇਸ ਗੱਲ ਦਾ। ਨੈਕਸਟ ਗੱਲ ਕਰਦੇ ਹਾਂ, ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟ ਅਬਾਊਟ ਨਾਟੋ।
ਜਿਹਨੂੰ ਕਿ ਆਪਾਂ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਕਹਿੰਦੇ ਆ। ਹੁਣ ਤੁਹਾਨੂੰ ਪਤਾ ਹੈ ਕਿ ਰਸ਼ੀਆ ਯੂਕਰੇਨ ਦਾ ਵੋਰ ਚੱਲ ਰਿਹਾ ਹੈ, ਅਤੇ ਇਹਦੇ ਵਿੱਚ ਜੇਕਰ ਮੈਂ ਸਭ ਤੋਂ ਵੱਡਾ ਕਲਪਰੀਟ ਕਹਾਂ ਉਹ ਅਮਰੀਕਾ ਅਤੇ ਨਾਟੋ ਹੀ ਹੈ। ਕਿਉਂ ਹੈਗਾ ਇਹਦੇ ਬਾਰੇ ਜੇ ਆਪਾਂ ਗੱਲ ਕਰਾਂਗੇ ਤਾਂ ਬਹੁਤ ਜ਼ਿਆਦਾ ਡੀਪ ਦੇ ਵਿੱਚ ਮੈਨੂੰ ਤੁਹਾਨੂੰ ਸਮਝਾਉਣਾ ਪਏਗਾ, ਲੇਕਿਨ ਮੋਟੀ ਮੋਟੀ ਗੱਲ ਦੱਸ ਦਿੰਦਾ। ਨਾਟੋ ਸੀਗਾ ਜਿਹੜਾ ਯੂਕਰੇਨ ਨੂੰ ਆਪਣੇ ਟੈਰੇਟਰੀ ਦੇ ਵਿੱਚ ਪਾਉਣਾ ਚਾਹੁੰਦਾ ਸੀ। ਕਿਉਂ ਪਾਉਣਾ ਚਾਹੁੰਦਾ ਸੀਗਾ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ, ਇਹਨਾਂ ਆਪਾਂ ਮੈਪ ਨਾਲ ਸਮਝ ਪਾਵਾਂਗੇ। ਦੇਖੋ ਜੀ, ਜਦੋਂ ਪਹਿਲਾਂ ਦਾ ਟਾਈਮ ਸੀਗਾ ਜਿਹਨੂੰ ਆਪਾਂ ਸੋਵੀਅਤ ਸੰਘ ਕਹਿੰਦੇ, USSR ਕਹਿੰਦੇ ਆ, ਤਾਂ ਜਿਹੜਾ ਆਹ ਸਾਰਾ ਪਾਰਟ ਸੀ ਨਾ ਰਸ਼ੀਆ ਦਾ ਹੀ ਸੀਗਾ। ਬਾਅਦ ਦੇ ਵਿੱਚ ਜਦੋਂ USSR ਟੁੱਟਿਆ ਤਾਂ ਅੱਡ ਕੰਟਰੀਜ਼ ਵਿੱਚ ਮਤਲਬ ਟੁੱਟ ਗਿਆ ਸੀਗਾ, ਕਾਫੀ ਜ਼ਿਆਦਾ ਇਹਦੇ ਟੁਕੜੇ ਹੋ ਗਏ ਸੀਗੇ। ਅਤੇ ਬੇਸਿਕਲੀ ਵੋਰ ਕਿਹਦਾ ਸੀਗਾ, USA ਅਤੇ USSR। ਹੁਣ ਜਦੋਂ ਨਾਟੋ ਦੀ ਮੈਂਬਰਸ਼ਿਪ ਮਿਲ ਜਾਊਗੀ, ਜੋ ਕਿ ਅਮਰੀਕਾ ਅਤੇ ਜਿਹੜੇ ਯੂਰੋਪੀਅਨ ਕੰਟਰੀਜ਼ ਉਹਨਾਂ ਦਾ ਇੱਕ ਅਲਾਇੰਸ ਹੈਗਾ, ਤਾਂ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ ਹੈਗਾ, ਜਿਵੇਂ ਐਸਟੋਨੀਆ, ਲਾਟਵੀਆ, ਆਹ ਜਿਹੜੇ ਤਿੰਨੋਂ ਬੋਰਡਰ ਸਟੇਟ ਨੇ, ਇਹਨਾਂ ਦੇ ਵਿੱਚ ਨਾਟੋ ਦੇ ਵਿੱਚ ਐਂਟਰੀ ਕਰਵਾਤੀ ਅਤੇ ਇੱਥੇ ਜਿਹੜੀ ਸੀਗੀ USA ਦੀ ਆਰਮੀ ਫਿੱਟ ਕਰਤੀ। ਠੀਕ ਹੈ, ਹੁਣ ਜਿਹੜਾ ਸੀਗਾ ਯੂਕਰੇਨ ਦੀ ਵਾਰੀ ਸੀਗੀ। ਜਿੱਦਾਂ ਯੂਕਰੇਨ ਨੂੰ ਇੱਦਾਂ ਦੀ ਮੈਂਬਰਸ਼ਿਪ ਮਿਲਦੀ ਹੈ ਤਾਂ ਹੋਊਗਾ ਬੇਸਿਕਲੀ ਕੀ ਕਿ ਇੱਥੇ ਵੀ ਆਰਮੀ ਆ ਜਾਊਗੀ ਉਹਨਾਂ ਦੀ। ਦੈਟ ਮੀਨਸ ਰਸ਼ੀਆ ਨੂੰ ਘੇਰਨ ਲਈ ਜਿਹੜੀ ਹੈ ਨਾਟੋ ਦੀ, ਤਾਂ ਨਾਮ ਹੀ ਹੈਗਾ ਰਸ਼ੀਆ, ਮਤਲਬ USA ਆਪਣੀ ਜਿਹੜੀ ਆਰਮੀ ਹੈ ਉਹਦੇ ਇਰਦ ਗਿਰਦ ਲਾਉਣਾ ਚਾਹੁੰਦੀ ਸੀਗੀ, ਅਤੇ ਰਸ਼ੀਆ ਨੂੰ ਇਸ ਗੱਲ ਤੋਂ ਪ੍ਰੋਬਲਮ ਸੀਗੀ, ਅਤੇ ਉਹ ਯੂਕਰੇਨ ਨੂੰ ਕਹਿ ਵੀ ਰਿਹਾ ਸੀਗਾ, ਕਿਉਂਕਿ ਪਹਿਲਾਂ ਯੂਕਰੇਨ ਦੇ ਜਿਹੜੇ ਲੀਡਰ ਸੀ ਨਾ ਉਹ ਰਸ਼ੀਆ ਦੇ ਹਿਸਾਬ ਨਾਲ ਹੀ ਚੱਲਿਆ ਕਰਦੇ ਸੀਗੇ। ਮਤਲਬ ਜਿਹੜੀ ਪੋਲਿਸੀਜ਼ ਰਸ਼ੀਆ ਲੈ ਕੇ ਆ ਰਹੀ ਹੈ ਉਹੀ ਪੋਲਿਸੀਜ਼ ਯੂਕਰੇਨ ਵਾਲੇ ਵੀ ਲੈ ਕੇ ਆਉਂਦੇ ਸੀਗੇ। ਲੇਕਿਨ ਜਿੱਦਾਂ ਹੀ 2014 ਤੋਂ ਬਾਅਦ ਇਹਨਾਂ ਦੇ ਪ੍ਰੈਜ਼ੀਡੈਂਟ ਚੇਂਜ ਹੋਏ ਨੇ, ਉਹਨਾਂ ਨੇ ਰਸ਼ੀਆ ਦੀ ਪੋਲਿਸੀਜ਼ ਨੂੰ ਫੋਲੋ ਨਾ ਕਰਨ ਦੀ ਥਾਂ ਬਲਕਿ ਯੂਰੋਪੀਅਨ ਕੰਟਰੀਜ਼ ਦੀ ਪੋਲਿਸੀਜ਼ ਨੂੰ ਫੋਲੋ ਕੀਤਾ। ਅਤੇ ਰਸ਼ੀਆ ਨੂੰ, ਕਿਉਂਕਿ ਯੂਕਰੇਨ ਦੇ ਵਿੱਚ ਨਾ ਕੁਛ ਇਹੋ ਜਿਹੇ ਪੀਪਲ ਵੀ ਨੇ ਜਿਹੜੇ ਇਸ ਤਰਫ ਰਹਿੰਦੇ ਨੇ ਈਸਟਰਨ ਦੇ ਵਿੱਚ, ਉਹ ਰਸ਼ੀਆ ਨੂੰ ਜ਼ਿਆਦਾ ਸਪੋਰਟ ਕਰਦੇ ਨੇ। ਦੈਟ ਮੀਨ ਚਾਹੁੰਦੇ ਨੇ ਕਿ ਰਸ਼ੀਆ ਦੀ ਜਿਹੜੇ ਪੋਲਿਸੀਜ਼ ਨੇ ਉਹ ਵੀ ਇੱਥੇ ਫੋਲੋ ਕੀਤੀ ਜਾਣ। ਤਾਂ ਕਾਫੀ ਜ਼ਿਆਦਾ ਵਿਦਰੋਹ ਵੀ ਦੇਖਣ ਨੂੰ ਮਿਲਦੇ ਸੀਗੇ ਇਹਨਾਂ ਚੀਜ਼ਾਂ ਬਾਰੇ। ਖੈਰ ਛੱਡੋ, ਇਹ ਕਾਫੀ ਡਿਟੇਲ ਦੀ ਗੱਲਾਂ ਹੋ ਗਈਆਂ। ਹੁਣ ਮੈਂ ਜਿਹੜੀ ਮੋਟੀ ਮੋਟੀ ਗੱਲ ਇਹ ਦੱਸਣਾ ਚਾਹੁੰਦਾ ਕਿ ਰਸ਼ੀਆ ਚਾਹੁੰਦਾ ਸੀਗਾ ਵੀ ਤਾਂ ਕਿ USA ਦੀ ਆਰਮੀ ਇੱਥੇ ਨਾ ਲੱਗੇ, ਤਾਂ ਉਹਨੇ ਯੂਕਰੇਨ ਨੂੰ ਇਹਨਾਂ ਚੀਜ਼ਾਂ ਲਈ ਮਨਾ ਕੀਤਾ ਸੀਗਾ। ਲੇਕਿਨ ਯੂਕਰੇਨ ਵਾਜ਼ ਰੈਡੀ ਕਿ ਉਹ ਨਾਟੋ ਦਾ ਮੈਂਬਰ ਬਣ ਜਾਵੇ। ਦੈਟ ਇਜ਼ ਵਾਈ ਰਸ਼ੀਆ ਨੇ ਇਹਦੇ ਉੱਪਰ ਜਿਹੜਾ ਹਮਲਾ ਕਰ ਦਿੱਤਾ। ਹੁਣ ਚਲੋ ਆਪਾਂ ਕੁਐਸਚਨ 'ਤੇ ਆਉਂਦੇ ਹਾਂ। ਕਾਫੀ ਕੁਛ ਗਿਆਨ ਦਿੱਤਾ ਮੈਂ ਤੁਹਾਨੂੰ। ਤਾਂ ਪੁੱਛ ਰਿਹਾ ਵੀ ਕਿਹੜਾ ਕਰੈਕਟ ਹੈ ਨਾਟੋ ਬਾਰੇ। ਪਹਿਲਾ ਸਟੇਟਮੈਂਟ ਕਹਿੰਦਾ ਹੈ, ਇਟ ਇਜ਼ ਐਨ ਇੰਟਰ ਗਵਰਨਮੈਂਟ ਮਿਲੀਟਰੀ ਅਲਾਇੰਸ ਬਿਟਵੀਨ ਨਾਰਥ ਅਮੈਰੀਕਨ ਐਂਡ ਏਸ਼ੀਅਨ ਕੰਟਰੀਜ਼। ਤਾਂ ਇਹ ਸਟੇਟਮੈਂਟ ਵੈਸੇ ਤਾਂ ਸਹੀ ਹੁੰਦੀ ਜੇਕਰ ਮੈਂ ਇੱਥੇ ਯੂਰੋਪੀਅਨ ਕੰਟਰੀਜ਼ ਪਾ ਦਿੰਦਾ, ਕਿਉਂਕਿ ਨਾਰਥ ਅਮੈਰੀਕਨ ਅਤੇ ਯੂਰੋਪੀਅਨ ਕੰਟਰੀਜ਼ ਦਾ ਇੱਕ ਮਿਲੀਟਰੀ ਅਲਾਇੰਸ ਹੈਗਾ, ਨਾ ਕਿ ਏਸ਼ੀਅਨ ਕੰਟਰੀ ਦਾ। ਤਾਂ ਪਹਿਲੀ ਸਟੇਟਮੈਂਟ ਤਾਂ ਗਲਤ ਹੋ ਗਈ। ਤਾਂ ਜਿੱਥੇ ਜਿੱਥੇ 1 ਆਪਾਂ ਕੱਟ ਦਿੰਦੇ ਹਾਂ, ਆਪਸ਼ਨ ਨੰਬਰ A ਕੱਟਿਆ ਗਿਆ, D ਕੱਟਿਆ ਗਿਆ, C ਕੱਟਿਆ ਗਿਆ, ਤਾਂ ਆਪਾਂ ਨੂੰ ਪਤਾ ਹੀ ਲੱਗ ਗਿਆ ਜੀ B ਜਿਹੜਾ ਹੈਗਾ 2 and 3 ਓਨਲੀ ਇਜ਼ ਦਾ ਕਰੈਕਟ ਆਨਸਰ। ਤਾਂ ਆਪਾਂ ਦੇਖਦੇ ਹਾਂ ਫਿਰ ਵੀ ਕਿ ਇਹਦਾ ਹੈੱਡਕੁਆਟਰ ਕਿੱਥੇ ਆ। ਬੈਲਜੀਅਮ ਦੇ ਬਰੂਸੈਲਸ ਦੇ ਵਿੱਚ ਹੈ, ਜਿਹੜਾ ਕਿ ਬਿਲਕੁਲ ਸਹੀ ਹੈ। ਅਤੇ 3 ਫੋਰਮਰ ਸੋਵੀਅਤ ਸਟੇਟ, ਯਾਨੀ ਕਿ ਜਿਹੜੇ ਪਹਿਲੇ ਰਸ਼ੀਆ ਦੇ ਨਾਲ ਸੀਗੇ, ਐਸਟੋਨੀਆ, ਲਾਤਵੀਆ ਅਤੇ ਲਿਥੂਨੀਆ ਆਰ ਆਲਸੋ ਏ ਮੈਂਬਰ ਆਫ ਨਾਟੋ। ਮੈਂ ਤੁਹਾਨੂੰ ਦੱਸਿਆ ਸੀਗਾ, ਦੇਖੋ ਤੁਸੀਂ ਆਪ ਦੇਖ ਹੀ ਲਓ, ਇਹਨਾਂ ਤਿੰਨਾਂ ਨੂੰ ਵੀ ਨਾ, ਕਿਉਂਕਿ ਇਹ ਬਿਲਕੁਲ ਹੀ ਰਸ਼ੀਆ ਦੇ ਨਾਲ ਲੱਗਦੇ ਨੇ, ਅਤੇ ਇਹਨਾਂ ਨੂੰ ਵੀ ਨਾਟੋ ਦੀ ਮੈਂਬਰਸ਼ਿਪ ਮਿਲ ਚੁੱਕੀ ਹੈ। ਹੁਣ ਜੇਕਰ ਮੈਂ ਗੱਲ ਕਰਾਂ, ਨਾਟੋ ਬੇਸਿਕਲੀ ਹੈਗਾ ਕਿ ਇੰਟਰ ਗੌਰਮੈਂਟਲ ਅਲਾਇੰਸ ਤਾਂ ਹੈਗਾ ਹੀ। ਦੇਖੋ ਇਹ ਜਿਵੇਂ ਹੁਣ ਇਹਦੇ ਵਿੱਚ ਟੋਟਲ 30 ਕੰਟਰੀ ਨੇ, ਯਾਨੀ ਕਿ ਜੇਕਰ ਇਹਨਾਂ 30 ਦੇ ਉੱਪਰ ਕੋਈ ਇੱਕ ਕੰਟਰੀ ਹਮਲਾ ਕਰ ਦੂਗੀ ਤਾਂ ਉਹ ਸਮਝਿਆ ਜਾਊਗਾ ਵੀ ਇੱਕ ਕੰਟਰੀ ਦੇ ਉੱਪਰ ਹਮਲਾ ਨਹੀਂ ਕੀਤਾ, ਉਹਨੇ 30 ਦੇ 30 ਕੰਟਰੀਜ਼ ਦੇ ਉੱਪਰ ਹਮਲਾ ਕੀਤਾ, ਅਤੇ 30 ਇਹਨੂੰ ਮਿਲ ਕੇ ਫਿਰ ਇਹਦਾ ਬਦਲਾ ਲੈਣਗੇ, ਲੜਨਗੇ। ਦੈਟ ਮੀਨਸ ਇੱਕ 'ਤੇ ਹਮਲਾ, 30 ਦੇ ਉੱਪਰ ਹਮਲਾ। ਅਤੇ ਟਰੀਟੀ ਸਾਈਨ ਹੋਈ ਸੀਗੀ, ਸਟਾਰਟ ਹੋਈ ਸੀ 1949 ਦੇ ਵਿੱਚ ਵਾਸ਼ਿੰਗਟਨ ਟਰੀਟੀ ਦੇ ਨਾਲ। ਅਤੇ ਸਟਾਰਟਿੰਗ ਦੇ ਵਿੱਚ ਜਦੋਂ ਇਹ ਬਣੀ ਸੀ 12 ਕੰਟਰੀ ਸੀਗੀ, ਹੁਣ ਜਿਹੜੇ ਨੇ ਟੋਟਲ 30 ਕੰਟਰੀ ਹੈ। ਅਤੇ ਹੁਣ ਜਿਹੜਾ ਲੇਟੈਸਟ ਐਡ ਹੋਇਆ ਉਹ ਨਾਰਥ ਮੈਸੇਡੋਨੀਆ ਹੋਇਆ 2020 ਦੇ ਵਿੱਚ, ਯਾਨੀ ਕਿ ਹੁਣ ਟੋਟਲ ਨਾਟੋ ਦੇ ਵਿੱਚ 30 ਕੰਟਰੀਆਂ ਦਾ ਇੱਕ ਸਮੂਹ ਹੈਗਾ, ਗਰੁੱਪ ਹੈਗਾ। ਇਹ ਮੈਂ ਤੁਹਾਨੂੰ ਕਾਫੀ ਵਾਰ ਦਿਖਾਈ ਚੁੱਕਿਆ ਹੈਗਾ। ਅਤੇ ਅਗਲੇ ਕੁਐਸਚਨ ਜਾਣ ਤੋਂ ਪਹਿਲਾਂ ਜੇਕਰ ਪਹਿਲੀ ਵਾਰ ਆਏ ਤਾਂ ਰੈੱਡ ਬਟਨ 'ਤੇ ਕਲਿੱਕ ਕਰਕੇ ਵੀ ਸਬਸਕ੍ਰਾਈਬ ਜ਼ਰੂਰ ਕਰਿਓ, ਬੈਲ ਆਈਕਨ ਦਬਾ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓਜ਼ ਮਿਲਦੀ ਰਹੇ। ਅਦਰਵਾਈਜ਼ ਤੁਹਾਨੂੰ ਮੀਡੀਆ ਦੇ ਬਾਰੇ ਪਤਾ ਨਹੀਂ ਲੱਗੂਗਾ। ਅਤੇ ਇਹਦੀ PDF ਤੁਹਾਨੂੰ ਮਿਲੇਗੀ ਟੈਲੀਗ੍ਰਾਮ ਦੇ ਉੱਪਰ। ਹਾਲਾਂਕਿ 2 ਦੀ PDF ਪਾਣੀ ਰਹਿੰਦੀ ਹੈ, ਮੈਂ ਇਹਦੇ ਨਾਲ ਹੀ ਪਾ ਦੇਵਾਂਗਾ। ਜੇਕਰ ਤੁਹਾਡੀ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਪੁੱਛ ਸਕਦੇ ਹੋ। ਮੈਂ ਇਹ ਸਾਰੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਖੁਦ ਹੈਂਡਲ ਕਰਦਾ ਹਾਂ, ਤਾਂ ਤੁਸੀਂ ਮੈਨੂੰ ਇੱਥੇ ਜਾ ਕੇ ਫੋਲੋ ਕਰ ਸਕਦੇ ਹੋ। ਇਹਨਾਂ ਤਿੰਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਨੈਕਸਟ ਗੱਲ ਕਰ ਰਿਹਾ, ਦ ਨੰਬਰ ਆਫ ਕਲਰ ਕੰਟੇਨ ਇਨ ਦਾ ਸਨਲਾਈਟ। ਜਿਹੜੀ ਸੂਰਜ ਦੀ ਲਾਈਟ ਆਉਂਦੀ ਹੈ ਉਹਦੇ ਵਿੱਚ ਨੰਬਰ ਆਫ ਕਲਰਸ ਕਿੰਨੇ ਨੇ? ਕਿ ਉਹਦੇ ਵਿੱਚ 3 ਕਲਰ ਨੇ, 5 ਨੇ, 7 ਨੇ ਜਾਂ 9 ਨੇ? ਦੇਖੋ ਜੀ, ਆਪਾਂ ਨੂੰ ਪਤਾ ਹੈ ਕਿ ਜਿਹੜੀ ਸਨਲਾਈਟ ਹੈ ਉਹ ਵਾਈਟ ਰੰਗ ਦੀ ਹੁੰਦੀ ਹੈ। ਅਤੇ ਜੇਕਰ ਮੈਂ ਗੱਲ ਕਰਾਂ ਇੱਕ ਪ੍ਰੀਜ਼ਮ ਰੱਖਦਾ ਜਿਹਨੂੰ ਕਿ ਆਪਾਂ ਡਿਸਪਰਜਨ ਆਫ ਲਾਈਟ ਕਹਿੰਦੇ ਹਾਂ, ਤਾਂ 7 ਰੰਗਾਂ ਦੇ ਵਿੱਚ ਬਦਲ ਜਾਂਦਾ ਹੈਗਾ। 7 ਰੰਗ ਕਿਹੜੇ ਕਿਹੜੇ ਹੁੰਦੇ ਨੇ? ਜਿਵੇਂ ਆਪਾਂ ਸਾਇੰਸ ਦੇ ਵਿੱਚ ਪੜ੍ਹਿਆ ਵਿਬਗਿਓਰ, ਯਾਨੀ ਕਿ ਵੋਇਲਟ, ਆਈ ਤੋਂ ਇੰਡੀਗੋ, ਫਿਰ ਬਲੂ, ਗ੍ਰੀਨ, ਯੈਲੋ, ਔਰੇਂਜ ਐਂਡ ਰੈੱਡ।
ਜੇਕਰ ਇੱਕ ਵਾਈਟ ਲਾਈਟ ਇਨ 7 ਰੰਗਾਂ ਦੇ ਵਿੱਚ ਬਿਖਰ ਜਾਵੇ ਉਹਨੂੰ ਆਪਾਂ ਕਹਿੰਦੇ ਹਾਂ ਡਿਸਪਰਜਨ ਆਫ ਲਾਈਟ। ਅਤੇ ਇਹਦੇ ਯੂਜ਼ ਲਈ ਆਪਾਂ ਪ੍ਰੀਜ਼ਮ ਸਭ ਤੋਂ ਬੈਸਟ ਐਗਜ਼ਾਮਪਲ ਹੁੰਦੀ ਹੈ। ਜਿਵੇਂ ਆਪਾਂ ਦੇਖ ਲੈਂਦੇ ਹਾਂ, ਜਿਵੇਂ ਵਾਈਟ ਲਾਈਟ ਮੈਂ ਇਹਦੇ ਵਿੱਚ ਪਾਈ ਤਾਂ ਪ੍ਰੀਜ਼ਮ ਦੇ ਨਾਲ ਆਪਾਂ ਇਹਦਾ ਸਕੂਲ ਵਿੱਚ ਵੀ ਐਕਸਪੈਰੀਮੈਂਟ ਕਾਫੀ ਕੀਤੇ ਹੋਏ ਨੇ ਸਾਇੰਸ ਦੇ ਵਿੱਚ ਕਿ ਪ੍ਰੀਜ਼ਮ ਦਾ ਡਿਸਪਰਜਨ ਆਫ ਲਾਈਟ ਕਿਵੇਂ ਹੁੰਦਾ ਹੈਗਾ। ਹੁਣ ਤੁਸੀਂ ਦੇਖ ਰਹੇ ਹੋ ਕਿ 7 ਕਲਰ ਜਿਹੜੇ ਨੇ ਬਣ ਗਏ ਨੇ, ਅਤੇ ਜਿਹੜਾ ਪਰਪਲ ਹੈ ਨਾ ਇਹਨੂੰ ਆਪਾਂ ਵੋਇਲਟ ਵੀ ਕਹਿ ਦਿੰਦੇ ਹਾਂ, ਤਾਂ ਵਿਬਗਿਓਰ ਤਾਂ ਹੀ ਬਣੂਗਾ। ਅਤੇ ਜਿਹੜਾ ਰੈੱਡ ਹੈ ਨਾ ਇਹਦੀ ਵੇਵ ਲੈਂਥ ਸਭ ਤੋਂ ਜ਼ਿਆਦਾ, ਜਿਵੇਂ ਮੈਂ ਫਸਟ ਪਾਰਟ ਦੇ ਵੀ ਡਿਸਕਸ ਕੀਤਾ ਸੀਗਾ ਕਿ ਆਪਣੇ ਟ੍ਰੈਫਿਕ ਲਾਈਟ ਦੇ ਵਿੱਚ ਨਾ ਰੈੱਡ ਲਾਈਟ ਯੂਜ਼ ਹੁੰਦੀ ਹੈ। ਕਿਉਂਕਿ ਇਹ ਬਹੁਤ ਦੂਰ ਤੋਂ ਦੇਖੀ ਜਾ ਸਕਦੀ ਹੈ, ਇਹਦੀ ਸਕੈਟਰਿੰਗ ਨਹੀਂ ਹੁੰਦੀ, ਯਾਨੀ ਕਿ ਘੱਟ ਫੈਲਦੀ ਹੈ, ਵੇਵ ਲੈਂਥ ਜ਼ਿਆਦਾ ਹੈ ਤਾਂ ਬਹੁਤ ਜ਼ਿਆਦਾ ਲੰਬਾ ਟਰੈਵਲ ਕਰਦੀ ਹੈ। ਇਹਦੀ ਵੇਵ ਲੈਂਥ ਤੁਸੀਂ ਦੇਖ ਸਕਦੇ ਹੋ, ਆਹ ਲਿਖੀਆਂ ਹੋਈਆਂ ਨੇ, ਸਭ ਤੋਂ ਘੱਟ ਹੈ ਜਿਹੜੀ ਉਹ ਵੋਇਲਟ ਦੀ ਹੈ, ਫਿਰ ਮੈਂ ਕਹਿ ਪਰਪਲ ਦੀ ਹੈ। ਪਰਪਲ ਕਾਫੀ ਇੰਪੋਰਟੈਂਟ ਹੈ, ਪਰ ਇੰਪੋਰਟੈਂਟ ਕਿਉਂ ਹੈ ਕਿਉਂਕਿ ਅਗਲਾ ਕੁਐਸਚਨ ਵੀ ਪਰਪਲ ਦੇ ਉੱਪਰ ਡਿਪੈਂਡ ਹੈ। ਆਹ ਗੱਲ ਕਹਿ ਰਿਹਾ ਜੀ ਪਰਪਲ ਰੈਵੋਲਿਊਸ਼ਨ ਇਨਵੋਲਵਸ, ਇਹ ਵੀ ਕਰੰਟ ਅਫੇਅਰ ਦਾ ਕੁਐਸਚਨ ਹੈ। ਤੁਸੀਂ ਕਹਿ ਰਹੇ ਸੀ ਨਾ ਕਰੰਟ ਅਫੇਅਰ, ਮੈਂ ਕਾਫੀ ਜ਼ਿਆਦਾ ਕਰੰਟ ਅਫੇਅਰ ਦੇ ਉੱਪਰ ਫੋਕਸ ਕਰ ਰਿਹਾ। ਹੁਣ ਕਰੰਟ ਅਫੇਅਰ ਤੁਹਾਨੂੰ ਚੰਗੀ ਤਰ੍ਹਾਂ ਮੈਂ ਕਰਵਾ ਦਾਂਗਾ ਐਗਜ਼ਾਮ ਤੋਂ ਪਹਿਲਾਂ, ਐਟਲੀਸਟ ਲਾਸਟ 6 ਮੰਥ ਦੇ ਤਾਂ, ਅਤੇ ਸਟੇਟਮੈਂਟ ਬੇਸ ਹੋਣਗੇ। ਮੈਂ ਇਹ ਚੀਜ਼ਾਂ ਨਹੀਂ ਕਰਾਉਣੀਆਂ ਵੀ ਉਹਦਾ ਰਾਸ਼ਟਰਪਤੀ ਕੌਣ ਬਣਿਆ, ਇਹਦਾ ਪ੍ਰਧਾਨ ਮੰਤਰੀ ਕੌਣ ਬਣਿਆ, ਸਿੰਪਲ ਜਿਹੇ ਕੁਐਸਚਨ ਨੇ। ਜੇ ਮੈਂ ਉਹ ਕਰਵਾਵਾਂਗਾ ਵੀ ਤਾਂ ਸਟੇਟਮੈਂਟ ਬਣਵਾ ਕੇ ਕਰਵਾਵਾਂਗਾ ਰਾਦਰ ਦੈਨ ਕਿ ਸਿੰਪਲ ਹੀ ਕਰਵਾ ਦਾਂ, ਕਿਉਂਕਿ ਜੇ ਪੇਪਰ ਸਟੇਟਮੈਂਟ ਬੇਸ ਆਊਗਾ ਨਾ ਤਾਂ ਆਪਣੇ ਕੋਲ ਨਾ ਕੌਨਫੀਡੈਂਸ ਹੋਊਗਾ ਕਿ ਹਾਂ ਯਾਰ ਆਪਾਂ ਬਹੁਤ ਜ਼ਿਆਦਾ ਤਿਆਰੀ ਕੀਤੀ ਹੋਈ ਹੈ, ਨਾ ਕਿ ਸਿੰਪਲ। ਕਿਉਂਕਿ PCS ਦੇ ਪੇਪਰ ਵਿੱਚ ਆਹੀ ਹੋਇਆ ਸੀਗਾ, ਬੱਚੇ ਪੇਪਰ ਦੇ ਕੇ ਨਾ ਹੱਕੇ ਬੱਕੇ ਰਹਿ ਗਏ ਸੀ ਵੀ ਆਹ ਕੀ ਆ ਗਿਆ। ਈਵਨ 4-4 ਲਾਈਨ 5-5 ਲਾਈਨ ਦੇ ਸਟੇਟਮੈਂਟ ਆ ਗਏ ਸੀਗੇ, ਸਟੇਟਮੈਂਟ ਦੇ ਕੁਐਸਚਨ ਆਏ ਸੀਗੇ। ਈਵਨ UPSC ਵੀ ਨਹੀਂ ਪੁੱਛਦਾ ਯਾਰ 5 ਲਾਈਨ ਦੀ ਸਟੇਟਮੈਂਟ ਦਾ, ਜਿਹੜਾ PPSC ਨੇ ਕੀਤਾ ਸੀਗਾ। ਖੈਰ ਚਲੋ ਆਪਾਂ ਤਿਆਰੀ ਕਰਨੀ ਹੈ ਜੀ, ਇਹੀ ਆਪਣਾ ਧਰਮ ਹੈ। ਹਮੇਸ਼ਾ ਸਕਿੱਲਫੁਲ ਬਣਨ ਦੀ ਕੋਸ਼ਿਸ਼ ਕਰੋ, ਨੌਲੇਜ ਲੈਣ ਦੀ ਕੋਸ਼ਿਸ਼ ਕਰੋ। ਨੌਲੇਜ ਆਊਗੀ ਨਾ ਨੌਕਰੀ ਤਾਂ ਆਪਣੇ ਆਪ ਆ ਜਾਊਗੀ। ਆਪਾਂ ਨੌਕਰੀ ਪਿੱਛੇ ਭੱਜ ਕੇ ਪੜ੍ਹਦੇ ਹਾਂ, ਸਿੰਪਲ 2-3 ਮਹੀਨੇ ਪੜ੍ਹ ਲਿਆ, ਆਪਾਂ ਸੋਚਦੇ ਹਾਂ ਵੀ 2-2 3-3 ਮਹੀਨੇ ਪੜ੍ਹ ਕੇ ਜਿਹੜੇ ਬੱਚੇ 2-2 3-3 ਸਾਲ ਤੋਂ ਤਿਆਰੀ ਕਰ ਰਹੇ ਉਹਨਾਂ ਨੂੰ ਟੱਕਰ ਦੇ ਦਾਂਗੇ, ਇਹ ਪੋਸੀਬਲ ਨਹੀਂ ਹੁੰਦਾ ਹੈਗਾ। ਤਾਂ ਤਿਆਰੀ ਨਾਲ ਥੋੜ੍ਹੀ ਜਿਹੀ ਲੰਬੀ ਖਿੱਚਣੀ ਪੈਂਦੀ ਹੈ। ਜਿਹੜਾ ਪਰਪਲ ਰੈਵੋਲਿਊਸ਼ਨ ਹੈ ਕਿਹਨੂੰ ਇਨਵੋਲਵ ਕਰਦਾ ਹੈ? ਕਲਟੀਵੇਸ਼ਨ ਆਫ ਐਗ ਪਲਾਂਟ ਨੂੰ ਕਹਿੰਦੇ ਹਾਂ ਜੀ ਆਪਾਂ ਬੈਂਗਣ, ਬ੍ਰਿੰਜਲ ਕਹਿੰਦੇ ਨਾ ਅੰਗਰੇਜ਼ੀ ਦੇ ਵਿੱਚ, ਐਗ ਪਲਾਂਟ ਉਹੀ ਹੁੰਦਾ। ਸੈਕਿੰਡ ਕਹਿ ਰਿਹਾ ਕਲਟੀਵੇਸ਼ਨ ਆਫ ਲਵੈਂਡਰ, ਇੱਕ ਤਰ੍ਹਾਂ ਦਾ ਫੁੱਲ ਹੁੰਦਾ, ਮੈਂ ਤੁਹਾਨੂੰ ਫੋਟੋ ਵੀ ਦਿਖਾਵਾਂਗਾ। ਗ੍ਰੇਪਸ ਜਿਹਨੇ ਕਾਲੇ ਅੰਗੂਰ ਹੁੰਦੇ ਨੇ ਉਹਨੂੰ ਪਰਪਲ ਗ੍ਰੇਪਸ ਵੀ ਕਹਿੰਦੇ ਨੇ। ਅਤੇ ਜਿਹੜਾ ਜਾਵਾ ਪਲਮ ਹੈ ਨਾ ਇਹ ਹੁੰਦਾ ਹੈਗਾ ਜਾਮਣ, ਆਪਾਂ ਗਰਮੀਆਂ ਦੇ ਵਿੱਚ ਜਾਮਣ ਖਾਣ ਨੂੰ ਮਿਲਦੀਆਂ ਨੇ। ਤਾਂ ਪਰਪਲ ਰੈਵੋਲਿਊਸ਼ਨ ਕਿਹਦੇ ਬਾਰੇ ਗੱਲ ਕਰਦਾ ਹੈ? ਤਾਂ ਇਹ ਗੱਲ ਕਰਦਾ ਹੈ ਜੀ ਕਲਟੀਵੇਸ਼ਨ ਆਫ ਲਵੈਂਡਰ ਦੇ ਬਾਰੇ, ਆਪਸ਼ਨ ਨੰਬਰ B। ਕਿਉਂਕਿ ਇੰਡੀਆ ਵਿੱਚ ਫਿਲਹਾਲ ਜਿਹੜਾ ਅਰੋਮਾ ਮਿਸ਼ਨ ਚੱਲਿਆ ਹੋਇਆ, ਜਿਹਦੇ ਵਿੱਚ ਕੀ ਹੋਊਗਾ ਕਿ ਲਵੈਂਡਰ ਨੂੰ ਕਲਟੀਵੇਟ ਕੀਤਾ ਜਾਊਗਾ ਐਜ਼ ਅ ਨਿਊ ਅਰੋਮਾ ਕਰੋਪ। ਅਤੇ ਇਹ ਹੋ ਕਿੱਥੇ ਰਿਹਾ ਫਿਲਹਾਲ? ਇਹ ਕਸ਼ਮੀਰ ਹਿਮਾਲਿਆਸ ਦੇ ਉੱਪਰ ਹੋ ਰਿਹਾ ਹੈਗਾ। ਅਤੇ ਜਿਹੜੇ ਪਹਿਲੇ ਫਾਰਮਰ ਨੇ ਫਸਟ ਟਾਈਮ ਇਹ ਚੀਜ਼ ਯੂਜ਼ ਕਰ ਰਹੇ ਨੇ ਜਾਂ ਬੋਣਗੇ, ਉਹਨਾਂ ਨੂੰ ਫ੍ਰੀ ਲਵੈਂਡਰ ਸੈਂਪਲਿੰਗ ਦਿੱਤੀ ਜਾਣਗੀ। ਜਿਹੜੇ ਆਲਰੇਡੀ ਕਰ ਚੁੱਕੇ ਨੇ ਕਲਟੀਵੇਟ ਪਹਿਲਾਂ, ਉਹਨਾਂ ਨੂੰ ਇਕੱਲੀ ਬੇਲ ਦਾ ਜਿਹੜਾ 5 ਤੋਂ 6 ਰੁਪਏ ਪਰ ਚਾਰਜ ਕਰਨ ਵਾਲੀ ਹੈ ਸਰਕਾਰ। ਅਤੇ ਬਾਅਦ ਦੇ ਵਿੱਚ ਜਦੋਂ ਇਹਦੇ ਵਿੱਚ ਲਵੈਂਡਰ ਦੀ ਖੇਤੀ ਤੋਂ ਬਾਅਦ ਐਰੋਮੈਟਿਕ ਆਇਲ ਐਕਸਟਰੈਕਟ ਹੋਏਗਾ, ਉਹਨੂੰ ਆਪਾਂ 10,000 ਰੁਪਏ ਪਰ KG ਦੇ ਹਿਸਾਬ ਨਾਲ ਵੇਚਦੇ ਨੇ। ਅਤੇ ਦੈਟ ਮੀਨਸ ਆਤਮ ਨਿਰਭਰ ਭਾਰਤ ਦੀ ਤਰ੍ਹਾਂ ਹੀ ਕਹਿ ਲਓ ਜੀ ਆਪਾਂ ਕਿ ਲੋਕਲ ਫੋਰ ਵੋਕਲ, ਕਾਫੀ ਜ਼ਿਆਦਾ ਜਿਹੜੇ ਕੋਡ ਨੇ ਦਿੱਤੇ ਜਾਂਦੇ ਨੇ। ਉਹਨਾਂ ਦਾ ਹੀ ਇੱਕ ਰਸਤਾ ਆਏਗਾ ਕਿ ਪਰਪਲ ਰੈਵੋਲਿਊਸ਼ਨ ਜਿਹੜਾ ਹੈ ਉਹਨੂੰ ਆਪਾਂ ਲਵੈਂਡਰ ਦੀ ਕਲਟੀਵੇਟ ਕਰ ਸਕਦੇ ਹਾਂ। ਅਤੇ ਇਹ ਜਿਹੜਾ ਹੈ ਲਵੈਂਡਰ ਹੈਗਾ, ਵਨ ਆਫ ਮਾਈ ਫਰੈਂਡ, ਕੋਈ ਫਰੈਂਡ ਵੀ ਹੈ ਮੇਰੇ ਜਿਹੜੇ, ਉਹਨਾਂ ਨੇ ਵੀ ਲਾਇਆ ਸੀਗਾ, ਮੈਨੂੰ ਦਿਖਾਇਆ ਸੀਗਾ। ਅਤੇ ਕਾਫੀ ਡਿਫਰੈਂਟ ਖੇਤੀ ਇਹ ਨਹੀਂ ਹੈਗਾ ਵੀ ਸਿੰਪਲੀ ਉਗ ਜਾਂਦੇ ਨੇ ਇਹ। ਅਤੇ ਜੇਕਰ ਮੈਂ ਰੈਵੋਲਿਊਸ਼ਨ ਦੀ ਗੱਲ ਕਰਾਂ, ਥੋੜ੍ਹੇ ਹੋਰ ਡਿਫਰੈਂਟ ਵੀ ਨੇ। ਜਿਵੇਂ ਗ੍ਰੀਨ ਰੈਵੋਲਿਊਸ਼ਨ ਹੁੰਦਾ ਉਹ ਐਗਰੀਕਲਚਰ ਲਈ ਹੁੰਦਾ, ਵਾਈਟ ਰੈਵੋਲਿਊਸ਼ਨ ਮਿਲਕ ਅਤੇ ਡਾਇਰੀ ਪ੍ਰੋਡਕਟ ਲਈ, ਬਲੈਕ ਹੋ ਗਿਆ ਪੈਟਰੋਲੀਅਮ, ਪਿੰਕ ਹੋ ਗਿਆ ਓਨੀਅਨ ਦੇ ਲਈ, ਬਰਾਊਨ ਹੋ ਗਿਆ ਲੈਦਰ ਦੇ ਲਈ, ਬਲੂ ਹੋ ਗਿਆ ਫਿਸ਼ ਦੇ ਲਈ, ਗੋਲਡਨ ਰੈਵੋਲਿਊਸ਼ਨ ਹਾਰਟੀਕਲਚਰ ਦੇ ਲਈ, ਅਤੇ ਯੈਲੋ ਰੈਵੋਲਿਊਸ਼ਨ ਹੋ ਗਿਆ ਆਇਲ ਸੀਡਸ ਦੇ ਲਈ। ਤਾਂ ਇਹ ਕੁਛ ਡਿਫਰੈਂਟ ਕਲਰ ਦੇ ਰੈਵੋਲਿਊਸ਼ਨ ਨੇ। ਤਾਂ ਇਹਦੇ ਵਿੱਚ ਹੁਣ ਆਪਾਂ ਪਰਪਲ ਵੀ ਐਡ ਕਰ ਲੈਂਦੇ ਹਾਂ ਕਿ ਕਲਟੀਵੇਸ਼ਨ ਆਫ ਲਵੈਂਡਰ। ਅਤੇ ਇਹ ਸੀਗਾ ਜੀ ਅੱਜ ਦਾ ਆਪਣਾ ਕੰਪਲੀਟ ਸੈਸ਼ਨ। ਜੇਕਰ ਵਧੀਆ ਲੱਗਿਆ ਹੋਵੇ, ਕਿਉਂਕਿ ਮੈਂ ਕੁਐਸਚਨ ਦੇ ਇਲਾਵਾ ਬਹੁਤ ਜ਼ਿਆਦਾ ਨੌਲੇਜ ਦਿੰਦਾ ਤੁਹਾਨੂੰ, ਲਾਈਕ ਜ਼ਰੂਰ ਕਰਿਆ ਕਰੋ ਯਾਰ। ਤੁਹਾਡੇ ਨੰਬਰ ਆਫ ਲਾਈਕਸ ਬਹੁਤ ਘੱਟ ਆਉਂਦੇ ਨੇ। ਲਾਈਕਸ ਜਦੋਂ ਆਉਂਦੇ ਨੇ ਨਾ ਅਤੇ ਕਮੈਂਟ ਆਉਂਦੇ ਨੇ, ਇੱਕ ਥੋੜ੍ਹਾ ਜਿਹਾ ਮੋਟੀਵੇਸ਼ਨ ਮਿਲਦਾ ਕਿ ਹਾਂ ਜਿਹੜਾ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਬੱਚਿਆਂ ਨੂੰ ਸਮਝ ਆ ਰਿਹਾ, ਅਤੇ ਉਹ ਵੀ ਰਿਸਪੌਂਸ ਦੇ ਰਹੇ ਨੇ। ਤਾਂ ਥੈਂਕਸ ਫॉर ਵਾਚਿੰਗ। ਅਤੇ ਸ਼ੇਅਰ ਕਰਿਓ ਜੇ ਤੁਹਾਨੂੰ ਸਮਝ ਆਉਂਦਾ ਹੈਗਾ, ਤਾਂ ਕਿ ਤੁਹਾਡੇ ਹੋਰ ਜਿਹੜੇ ਨੀਅਰ ਬਾਏ ਸਟੂਡੈਂਟਸ ਨੇ ਉਹਨਾਂ ਨੂੰ ਵੀ ਹੈਲਪ ਮਿਲ ਸਕੇ ਜਿਹੜੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ। ਤਾਂ ਥੈਂਕਸ ਫॉर ਵਾਚਿੰਗ। ਜੇ ਤੁਹਾਡੀ ਕੋਈ ਸੁਜੈਸ਼ਨ ਹੈ ਤਾਂ ਆਲਵੇਜ਼ ਵੈਲਕਮ ਹੈ ਜੀ। ਤੁਹਾਡੇ ਲਈ ਕਮੈਂਟ ਬਾਕਸ ਓਪਨ ਹੈਗਾ, ਤੁਸੀਂ ਜੋ ਚਾਹੁੰਦੇ ਹੋ ਆਪਣਾ ਵਿਚਾਰ ਪ੍ਰਗਟ ਕਰ ਸਕਦੇ ਹੋ, ਮੈਂ ਉਹਦੇ ਉੱਪਰ ਜ਼ਰੂਰ ਸੋਚਾਂਗਾ। ਤਾਂ ਥੈਂਕਸ ਫॉर ਵਾਚਿੰਗ। ਜਲਦੀ ਮਿਲਾਂਗੇ। ਜੈ ਹਿੰਦ।